ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਤੌਰ ਐਕਸਪਰਟ ਸਾਡਾ ਸਾਥ ਦੇਣਗੇ ਅੰਮ੍ਰਿਤਪਾਲ ਸ਼ਰਮਾ ਜੀ ਤੇ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਯੂਪੀ ਦੇ ਵਿੱਚ ਚੜ੍ਹੇ ਹੋਏ ਸਿਆਸੀ ਪਾਰੇ ਦੀ, ਕਿਉਂਕਿ ਲਖੀਮਪੁਰ ਖੀਰੀ ਦੀ ਘਟਨਾ ਤੋਂ ਬਾਅਦ ਪੂਰੇ ਮੁਲਕ ਦੀ ਸਿਆਸਤ ਦੇ ਵਿੱਚ ਉਥਲ-ਪੁਥਲ ਮਚ ਗਈ ਹੈ ਤੇ ਲੋਕ ਕਹਿ ਰਹੇ ਨੇ ਕਿ ਇਹ ਲੋਕਤੰਤਰ ਨਹੀਂ, ਡੰਡਾ ਤੰਤਰ ਦਾ ਇੱਥੇ ਰਾਜ ਹੈ। ਫਿਰ ਗੱਲ ਪੰਜਾਬ ਦੀ ਸਿਆਸਤ ਦੀ ਕਰਦੇ ਹੋਏ ਹੋਰ ਮਸਲਿਆਂ ਤੇ ਵੀ ਝਾਤ ਪਾਵਾਂਗੇ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸੁਲੀਨ ਜੀ, ਸ਼ੁਕਰੀਆ। ਇਸ ਤੋਂ ਪਹਿਲਾਂ ਕਿ ਗੱਲ ਸਿਆਸਤ ਦੀ ਜਾਂ ਸੋ ਕਾਲਡ ਸਿਆਸਤਦਾਨਾਂ ਦੀ ਕਰੀਏ, ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਵੀ ਤੁਸੀਂ ਕੱਲ ਰਾਤ 9 ਵਜੇ ਤੋਂ ਬਾਅਦ ਆਪਣਾ ਫੋਨ ਕਿੰਨੀ ਵਾਰੀ ਰੀਸੈਟ, ਰੀਬੂਟ ਜਾਂ ਰੀਸਟਾਰਟ ਕੀਤਾ? ਇਹ ਤਾਂ ਸਵੇਰੇ ਪਤਾ ਲੱਗਿਆ ਜੀ ਕਿ ਬੜਾ ਭੁਚਾਲ ਜਿਹੜਾ ਸਾਰੀ ਦੁਨੀਆ 'ਚ ਆਇਆ ਹੋਇਆ, ਸਾਰੀ ਆਵਾਮ ਕਮਲੀ ਹੋ ਗਈ ਸਾਰੀ ਰਾਤ ਫੋਨ ਰੀਸੈਟ ਕਰ ਕਰਕੇ। ਸਵੇਰੇ ਅਸਲ 'ਚ ਰਾਤ ਨੂੰ ਫੋਨ ਘੱਟ ਦੇਖਿਆ ਜਾਂਦਾ, ਜਦੋਂ ਘਰ ਪਹੁੰਚ ਜਾਂਦੇ ਫਿਰ ਹੁੰਦਾ ਕਿ ਹੁਣ ਇਸ ਬਲਾ ਤੋਂ ਖਹਿੜਾ ਛੁੱਟਿਆ ਹੀ ਰਵੇ। ਖੈਰ ਕਈ ਵਾਰ ਫੋਨ ਕਾਲ ਤਾਂ ਆਉਂਦੀਆਂ ਰਹਿੰਦੀਆਂ, ਇਹ ਤਾਂ ਇੱਕ ਵੱਖਰਾ ਵਿਸ਼ਾ ਹੈ, ਪਰ ਇੰਟਰਨੈਟ ਤੋਂ ਰਾਤ ਨੂੰ ਜਿਹੜੀ ਨਿਜਾਤ ਮਿਲੀ ਰਹਿੰਦੀ ਹੈ। ਪਰ ਮੈਂ ਬਾਈ ਚਾਂਸ ਹੀ ਰਾਤੀ ਨਹੀਂ ਦੇਖਿਆ ਤੇ ਸਵੇਰੇ ਪਤਾ ਲੱਗਿਆ ਕਿ ਉਹਦੇ ਨਾਲ ਇੱਕ ਸਮੱਸਿਆ ਜਿਹੜੀ ਆ ਉਹ ਹੋ ਚੁੱਕੀ ਸੀ। ਜਦੋਂ ਸਵੇਰੇ ਅਸੀਂ ਦੇਖਿਆ ਤਾਂ ਉਦੋਂ ਚੱਲਦਾ ਸੀ, ਪਰ ਸ਼ਾਇਦ ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਲੇਟ ਨਾਈਟ ਉਹਦੇ 'ਚ ਰਹੀਆਂ ਜੀ। ਫਿਰ ਸਵੇਰੇ ਜਦੋਂ ਤੁਹਾਡੇ ਨਾਲ ਡਿਸਕਸ਼ਨ ਹੋਈ ਇਸ ਪ੍ਰੋਗਰਾਮ ਦੇ ਬਾਬਤ, ਫਿਰ ਪਤਾ ਲੱਗਿਆ ਕਿ 6 ਘੰਟੇ ਜਿਹੜਾ ਇੰਟਰਨੈਟ ਆ ਉਹ ਬੰਦ ਰਿਹਾ ਜੀ। ਇੰਟਰਨੈਟ ਨਹੀਂ ਬੰਦ ਰਿਹਾ, ਬੇਸਿਕਲੀ ਸੋਸ਼ਲ ਮੀਡੀਆ ਜਿਹੜੀਆਂ ਸਾਈਟਸ ਨੇ ਵੱਡੀ ਜਿਹੜੀ ਕੰਪਨੀਆਂ ਦੁਨੀਆ ਦੀ, ਫੇਸਬੁੱਕ, ਉਹਦੇ ਨਾਲ ਹੀ ਉਹਦੀ ਇੱਕ ਸਬੋਰਡੀਨੇਟ ਹੋਰ ਗੱਲਬਾਤ ਆ ਵਟਸਐਪ ਤੇ ਨਾਲ ਦੀ ਨਾਲ ਇੰਸਟਾਗ੍ਰਾਮ ਜੀ। ਤੇ ਹੈਰਾਨ ਕਰਨ ਵਾਲੀ ਖਬਰ ਇਹ ਸੀ ਕਿ 6 ਘੰਟੇ ਫੇਸਬੁੱਕ ਦੇ ਤੇ ਇਹਦੇ ਨਾਲ ਦੀਆਂ ਜਿਹੜੀਆਂ ਦੋ ਹੋਰ ਸੋਸ਼ਲ ਮੀਡੀਆ ਐਪਲੀਕੇਸ਼ਨਸ ਨੇ ਉਹਨਾਂ ਦੇ 6 ਘੰਟੇ ਬੰਦ ਰਹਿਣ ਨਾਲ ਉਹਨਾਂ ਦਾ ਜਿਹੜਾ ਮਾਲਕ ਆ ਉਹ ਦੁਨੀਆ ਦੇ ਚੌਥੇ ਅਮੀਰ ਤੋਂ 5ਵਾਂ ਅਮੀਰ ਬਣ ਗਿਆ। ਇੱਕ ਕੁਰਸੀ, ਇੱਕ ਪਾਇਦਾਨ ਉਹਦੀ ਜਿਹੜੀ ਸੀਗੀ, ਉਹਦੀ ਵੈਲਥ, ਉਹਦੀ ਜਿਹੜੀ ਤਾਕਤ, ਉਹਦੇ ਜਿਹੜੇ ਰੁਪਈਏ ਸੀ, 6 ਘੰਟਿਆਂ 'ਚ ਉਹਦੇ ਰੁਪਈਏ ਇੰਨੇ ਕੁ ਖਿਸਕ ਗਏ ਕਿ ਉਹ ਪਹਿਲਾਂ ਚੌਥੇ ਸਭ ਤੋਂ ਵੱਡੇ ਅਮੀਰਾਂ 'ਚ ਸੀ ਤੇ ਹੁਣ ਉਹ 5ਵਾਂ ਹੋ ਗਿਆ। ਕਾਰਨ ਕੀ ਦੱਸਿਆ ਉਹਨਾਂ ਨੇ? 6 ਤੋਂ 7 ਬਿਲੀਅਨ ਅਮਰੀਕਨ ਡਾਲਰ ਦਾ ਨੁਕਸਾਨ ਉਹਨੂੰ ਹੋਇਆ ਜੀ। ਬਹੁਤੀਆਂ ਜਿਹੜੀਆਂ ਸਾਈਟਸ ਆ ਜਾਂ ਅਖਬਾਰਾਂ ਜਾਂ ਖਬਰਾਂ ਨੇ ਉਹ 7 ਦੀਆਂ ਨੇ, ਕੁਝ 6 ਦੀਆਂ ਨੇ। ਚਲੋ ਮੰਨ ਲਓ ਕਿ 6 ਤੋਂ 7 ਬਿਲੀਅਨ ਡਾਲਰ। ਹੁਣ ਪੱਕੀ ਗੱਲ ਹੈ ਕਿ ਬਿਲੀਅਨ ਦੀਆਂ ਜ਼ੀਰੋ ਨਾ ਪੁੱਛਿਓ, ਔਖਾ ਕੰਮ ਆ, ਤੁਸੀਂ ਕੈਲਕੂਲੇਟਰ ਤੇ ਜਾਂ ਗੂਗਲ ਨੂੰ ਪੁੱਛ ਲਿਓ ਜੀ। ਕਾਰਨ ਉਹਨੇ ਦੱਸਿਆ ਕਿ ਉਹਦੇ 'ਚ ਕੋਈ ਟੈਕਨੀਕਲ ਖਰਾਬੀ ਸੀ ਤੇ ਜਿਹੜਾ ਉਹਨਾਂ ਦਾ ਸਰਵਰ ਸੀ ਉਹ ਡਾਊਨ ਹੋ ਗਿਆ ਜੀ। ਸਾਰੀ ਹੀ ਦੁਨੀਆ ਦੇ ਵਿੱਚ ਉਹ ਜਿਹੜਾ ਬੰਦ ਸੀ। ਤੇ ਸਵੇਰੇ ਉਹਦੇ ਜਿਹੜੇ ਓਨਰ ਨੇ ਮਾਰਕ ਜ਼ੁਕਰਬਰਗ, ਉਹਨਾਂ ਦਾ ਇੱਕ ਟਵੀਟ ਵੀ ਆਇਆ, ਫੇਸਬੁੱਕ ਤੇ ਵੀ ਉਹਨਾਂ ਦਾ ਇੱਕ ਜਿਹੜਾ ਸੀਗਾ ਇੱਕ ਸੁਨੇਹਾ ਕਿ ਕੋਈ ਟੈਕਨੀਕਲ ਪ੍ਰੋਬਲਮ ਕਰਕੇ ਇਹ ਜਿਹੜਾ ਬੰਦ ਰਿਹਾ ਤੇ ਸਾਨੂੰ ਖੇਦ ਉਹਨਾਂ ਨੇ ਪ੍ਰਗਟ ਕੀਤਾ ਕਿ ਲੋਕਾਂ ਨਾਲ ਜੁੜ ਨਹੀਂ ਸਕੇ, ਕਨੈਕਸ਼ਨਸ ਜਿਹੜੇ ਸੀਗੇ ਉਹ ਟੁੱਟੇ ਰਹੇ। ਡਿਪੈਂਡੈਂਸੀ ਬਹੁਤ ਹੈ ਨਾ ਲੋਕਾਂ ਦੀ। ਇਹ ਪਹਿਲੀ ਵਾਰੀ ਇਦਾਂ ਹੋਇਆ ਜਾਂ ਪਹਿਲਾਂ ਵੀ ਕਦੀ ਇਦਾਂ ਦੇ ਟੈਕਨੀਕਲ ਪ੍ਰੋਬਲਮਸ ਆ ਚੁੱਕੀਆਂ ਨੇ ਫੇਸਬੁੱਕ 'ਚ? 2008 ਦੇ ਵਿੱਚ ਵੀ ਇੱਕ ਵਾਰ ਵਾਇਰਸ ਆਇਆ ਸੀ ਤੇ ਉਦੋਂ ਪੂਰੇ ਇੱਕ ਦਿਨ ਲਈ ਇਹ ਸਾਰਾ ਕੁਝ ਬੰਦ ਹੋਇਆ ਸੀ। ਜੇ ਫੇਸਬੁੱਕ ਦੀ ਗੱਲ ਕਰੀਏ ਤੇ 2004 ਦੇ ਵਿੱਚ ਇਹਨਾਂ ਨੇ ਸ਼ਾਇਦ ਇਹ ਬਣਾਈ ਸੀ, ਜਦੋਂ ਇਹ ਹਾਰਵਰਡ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹਦੇ ਸੀ। 3-4 ਸਟੂਡੈਂਟ ਸੀ, ਸਟੂਡੈਂਟਸ ਦੇ ਆਪਸ ਦੇ ਵਿੱਚ ਕਮਿਊਨੀਕੇਸ਼ਨ ਕਰਨ ਲਈ ਬਣਾਈ ਸੀ। ਬਾਅਦ ਵਿੱਚ ਦੇਖਿਆ ਕਿ ਅਸੀਂ ਤੇ ਬਹੁਤ ਸੋਹਣੀ ਚੀਜ਼ ਬਣਾ ਲਈ ਆ, ਸਾਰੀ ਦੁਨੀਆ ਦੇ ਵਿੱਚ ਇਹਦਾ ਜਿਹੜਾ ਫਿਰ ਪ੍ਰਚਾਰ ਤੇ ਪ੍ਰਸਾਰ ਹੋਇਆ। ਅਪਰੋਕਸੀਮੇਟਲੀ 3 ਬਿਲੀਅਨ ਲੋਕ, ਯਾਨੀ ਕਿ 300 ਕਰੋੜ ਬੰਦਾ ਇਹਦੀ ਯੂਜ਼ਰ ਇਹਦੇ ਮੰਨੇ ਜਾਂਦੇ ਨੇ। 21 ਦੇ ਵਿੱਚ ਮੰਥਲੀ ਯੂਜ਼ਰ ਜਿਹੜੇ ਨੇ ਇੰਨੇ ਨੇ ਜੀ। ਤੇ ਮੈਨੂੰ ਲੱਗਦਾ ਇਹ ਗਿਣਤੀ ਉਹਨਾਂ ਕੋਲ ਪੂਰੀ ਹੋਣੀ ਆ, ਕਿਉਂਕਿ ਉਹਨਾਂ ਨੂੰ ਪਤਾ ਹੋਣਾ ਕਿ ਉਹਨਾਂ ਦੇ ਕੋਲ ਕਿੰਨੇ ਅਕਾਊਂਟ ਜਿਹੜੇ ਨੇ ਬਣੇ ਹੋਏ ਨੇ ਜੀ। ਹਾਲਾਂਕਿ ਸਮੇਂ-ਸਮੇਂ ਤੇ ਇਹ ਵੀ ਕਿਹਾ ਜਾਂਦਾ ਕਿ ਲੋਕਾਂ ਦੇ ਜਿਹੜੇ ਸਵਾਦ ਨੇ ਉਹ ਬੜੀ ਜਲਦੀ ਬਦਲਦੇ ਨੇ ਸੋਸ਼ਲ ਮੀਡੀਆ ਨੂੰ ਲੈ ਕੇ ਜੀ। ਤੁਸੀਂ ਅੱਜ ਹੀ ਗੱਲ ਕਰਦੇ ਸੀ ਕਿ ਇੱਕ ਔਰਕੁਟ ਨਾਂ ਦੀ ਸਾਈਟਸ ਹੁੰਦੀ ਸੀ ਤੇ ਉਹਦੇ ਤੇ ਵੀ ਪਹਿਲਾਂ ਅਸੀਂ ਸ਼ੁਰੂ 'ਚ ਜਿਹੜੀ ਮੈਸੇਜਿੰਗ ਸੀ ਉਹਦੇ ਤੇ ਕਰਦੇ ਸੀ। ਟੈਕਸਟ ਮੈਸੇਜ ਉਸ ਤੋਂ ਪਹਿਲਾਂ ਸਿਰਫ ਇੱਕ ਸਾਧਨ ਸੀ ਤੇ ਟੈਕਸਟ ਮੈਸੇਜ ਦੀ ਜਿਹੜੀ ਚਾਰਜ ਆ ਉਹ ਵੀ 1 ਰੁਪਈਆ ਸੀ। ਬਿਲਕੁਲ। ਫੇਸਬੁੱਕ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਹੁਣ ਹਾਲਾਤ ਇਹ ਨੇ ਕਿ ਹਰ ਬੰਦਾ ਫੇਸਬੁੱਕ ਆਈਡੀ ਆਪਣੀ ਬਣਾ ਕੇ ਬੈਠਾ ਤੇ ਉਹਦੇ ਕਨੈਕਸ਼ਨਸ, ਉਹਦੇ ਨਾਲ ਇੱਕ ਦੁਨੀਆ ਜੁੜੀ ਹੋਈ ਹੈ। 5000 ਬੰਦਾ ਉਹਨੂੰ ਯੂਜ਼ ਕਰ ਸਕਦਾ, ਐਜ਼ ਏ ਫਰੈਂਡ ਉਸ ਆਈਡੀ ਦੇ ਵਿੱਚ ਸ਼ਾਮਲ ਹੋ ਸਕਦਾ। ਉਸ ਤੋਂ ਬਾਅਦ ਫਿਰ ਉਹ ਫੇਸਬੁੱਕ ਪੇਜ ਬਣਾ ਲੈਂਦੇ ਨੇ ਤੇ ਬਹੁਤ ਸਾਰੇ ਲੋਕਾਂ ਨਾਲ ਉਹਨਾਂ ਦਾ ਜਿਹੜਾ ਹੈਗਾ ਜੁੜਿਆ ਹੋਇਆ। ਸੋਸ਼ਲ ਮੀਡੀਆ ਇੱਕ ਪਾਵਰਫੁਲ ਪਲੇਟਫਾਰਮ ਆ ਸਾਰੀ ਦੁਨੀਆ ਦੇ ਵਿੱਚ, ਖਾਸ ਤੌਰ ਤੇ ਹਿੰਦੁਸਤਾਨ ਵਰਗੇ ਮੁਲਕਾਂ ਦੇ ਵਿੱਚ, ਜਿੱਥੇ ਜਿਹੜੀ ਸਿਆਸਤ ਆ ਜਾਂ ਸਾਡਾ ਜਿਹੜਾ ਸੋਸ਼ਲ ਦਾਣਾ ਬਾਣਾ ਆ ਉਹ ਵੈਸੇ ਵੀ ਜ਼ਿਆਦਾ ਗੁੰਝਲਦਾਰ ਆ। ਅਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਲੋਕਾਂ ਨਾਲ
ਜੁੜੇ ਹੋਏ ਆ। ਕੰਮ ਕੋਈ ਬਹੁਤੇ ਹੈ ਨਹੀਂ ਲੋਕਾਂ ਨੂੰ, ਤੇ ਫਿਰ ਉਹ ਉਸ ਚੀਜ਼ ਦੇ ਨਾਲ ਵੀ ਜਿਹੜਾ ਜੁੜਾਵ ਆ ਉਹ ਵਧਿਆ ਜੀ। ਤੇ ਰਵੀਸ਼ ਕੁਮਾਰ ਅਕਸਰ ਇਹ ਗੱਲ ਕਹਿੰਦੇ ਨੇ ਕਿ ਫ੍ਰੀ ਦਾ ਡਾਟਾ ਦੇ ਕੇ ਜਾਂ ਸਸਤਾ ਡੇਟਾ ਦੇ ਕੇ ਤੁਹਾਡਾ ਜਿਹੜਾ ਬਹੁਤ ਮਹਿੰਗਾ ਸਮਾਂ ਆ ਉਹ ਸਰਕਾਰਾਂ ਤੁਹਾਡੇ ਤੋਂ ਖੋ ਰਹੀਆਂ, ਤੇ ਤੁਸੀਂ ਬਹੁਤਾ ਸਮਾਂ ਇਹਦੇ ਵਿੱਚ ਹੀ ਖਰਾਬ ਕਰਦੇ ਆ। ਮੈਂ ਪਰਸਨਲੀ ਇਹ ਗੱਲ ਫੀਲ ਕਰਦਾ ਕਿ ਜੇ ਇਹ ਸੋਸ਼ਲ ਮੀਡੀਆ ਵਾਲੀਆਂ ਅਲਾਮਤਾਂ ਨਾ ਹੋਣ, ਹਾਲਾਂਕਿ ਬਹੁਤ ਚੰਗੀ ਵੀ ਚੀਜ਼ ਹੈਗੀ, ਪਰ ਜੇਕਰ ਇਹਦੇ ਤੇ ਜਿਹੜੀ ਡਿਪੈਂਡੈਂਸੀ ਤੁਸੀਂ ਕਿਹਾ ਜਾਂ ਇਹਦੇ ਚ ਰੁੱਝਣ ਦੀ ਆਦਤ ਨਾ ਹੋਵੇ ਤੇ ਫਿਰ ਅਸੀਂ ਹੋਰ ਬਹੁਤ ਸਾਰਥਕ ਕੰਮ ਕਰ ਸਕਦੇ ਹਾਂ। ਮੇਰੇ ਵਰਗੇ ਲੋਕ ਜਿਹੜੇ ਪਹਿਲਾਂ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲੈਂਦੇ ਸੀ, ਹੁਣ ਬਹੁਤਾ ਸਮਾਂ ਇਹਦੇ ਤੇ ਹੀ ਬਤੀਤ ਕਰਦੇ ਆ। ਜ਼ਰੂਰੀ ਵੀ ਆ ਮੀਡੀਆ ਨਾਲ ਜੁੜੇ ਹੋਣ ਕਰਕੇ ਜਾਂ ਕੁਝ ਚੀਜ਼ਾਂ ਜਿਹੜੀਆਂ ਬਹੁਤ ਸਾਰੀਆਂ ਲੱਭਦੀਆਂ ਰਹਿੰਦੀਆਂ, ਪਰ ਫਿਰ ਵੀ ਕਾਫੀ ਸਮਾਂ ਜਿਹੜਾ ਆ ਉਹਦੇ ਨਾਲ ਜਿਹੜਾ ਆ ਉਹ ਖਰਾਬ ਹੁੰਦਾ। ਜਦੋਂ ਮੈਂ ਸਵੇਰੇ ਉੱਠੀ ਤੇ ਕਿਸੇ ਨੇ ਪੋਸਟ ਪਾਈ ਹੋਈ, ਕਹਿੰਦੇ ਜਦੋਂ ਫੇਸਬੁੱਕ ਬੰਦ ਹੋ ਗਈ ਨਾ ਤੇ ਮੈਂ ਬਾਬੇ ਦਾ ਫਟਾਫਟ ਰੋਟ ਸੁੱਖ ਲਿਆ ਤੇ ਹੁਣ ਜਦੋਂ ਬਾਬੇ ਨੇ ਏਡੀ ਛੇਤੀ ਸੁਣੀ, ਮੈਂ ਸਵੇਰੇ ਉੱਠਿਆ ਤੇ ਫੇਸਬੁੱਕ ਚੱਲ ਗਈ ਤੇ ਮੈਂ ਹੁਣ ਰੋਟ ਬਣਾ ਰਿਹਾ। ਮਤਲਬ ਇੰਨੀ ਜ਼ਿਆਦਾ ਡਿਪੈਂਡੈਂਸੀ ਆ ਲੋਕਾਂ ਦੀ, ਲੋਕ ਸੋਸ਼ਲ ਮੀਡੀਆ ਤੋਂ ਬਿਨਾਂ ਆਪਣੇ ਆਪ ਨੂੰ ਹੱਥਲ ਜਿਹਾ ਮਹਿਸੂਸ ਕਰਦੇ ਨੇ। ਉਹਨਾਂ ਨੂੰ ਇਦਾਂ ਲੱਗਿਆ ਕਿ ਫੇਸਬੁੱਕ ਨਹੀਂ ਬੰਦ ਹੋਈ, ਸਾਡੀ ਦੁਨੀਆ ਹੀ ਬੰਦ ਹੋ ਗਈ ਹੈ। ਬਿਲਕੁਲ ਰੁਕ ਗਈ ਦੁਨੀਆ ਸਾਡੀ। ਤੁਸੀਂ ਇਦਾਂ ਸਮਝੋ ਕਿ ਚੁਟਕਲੇ ਵੀ ਅਲੱਗ-ਅਲੱਗ ਤਰ੍ਹਾਂ ਦੇ ਬਣੇ ਹੋਏ। ਉਹ ਕਹਿੰਦਾ ਕਿ ਹਾਲੇ ਵੀ ਕੁਝ ਪੁਰਾਣੇ ਖਿਆਲਾਂ ਦੇ ਲੋਕ ਨੇ ਜਿਹੜੇ ਸਵੇਰੇ ਉੱਠ ਕੇ ਪਹਿਲਾਂ ਬ੍ਰਸ਼ ਕਰਦੇ ਨੇ, ਨਹੀਂ ਤਾਂ ਬਹੁਤੇ ਜਿਹੜੇ ਮਾਡਰਨ ਲੋਕ ਨੇ ਸਭ ਤੋਂ ਪਹਿਲਾਂ ਆਪਣੇ ਸਿਰਹਾਣੇ ਪਿਆ ਇਹ ਯੰਤਰ ਹੀ ਔਨ ਕਰਕੇ ਦੇਖਦੇ ਨੇ ਕਿ ਰਾਤ ਦੀਆਂ ਕੀ ਖਬਰਾਂ ਹੋਈਆਂ ਨੇ ਤੇ ਕੀ ਨਹੀਂ ਹੋਈਆਂ ਨੇ। ਤੇ ਇਹਨੂੰ ਦੇਖਣਾ ਜ਼ਰੂਰੀ ਬਣ ਗਿਆ, ਜ਼ਰੂਰਤ ਬਣ ਗਿਆ, ਭਾਵੇਂ ਕੁਝ ਵਾਕਿਆ ਹੋਇਆ ਹੋਵੇ ਚਾਹੇ ਨਾ। ਤੇ ਲੱਖਾਂ ਕਰੋੜਾਂ ਅਰਬਾਂ ਦੀਆਂ ਇਹ ਕੰਪਨੀਆਂ ਨੇ ਸਿਰਫ ਔਰ ਸਿਰਫ ਲੋਕਾਂ ਦੀ ਡਿਪੈਂਡੈਂਸੀ ਕਰਕੇ। ਇਸੇ ਤਰੀਕੇ ਨਾਲ WhatsApp ਦਾ ਵੀ ਉਹੀ ਹਾਲ ਆ, Instagram ਦਾ ਵੀ ਉਹੀ ਹਾਲ ਆ, ਤੇ ਸਾਨੂੰ ਤੇ ਉਹਨਾਂ ਦੇ ਨਾਮ ਵੀ ਨਹੀਂ ਪਤਾ। ਮੇਰਾ ਖਿਆਲ ਸੈਂਕੜੇ ਦੀ ਗਿਣਤੀ 'ਚ ਇਹੋ ਜਿਹੀਆਂ ਐਪਲੀਕੇਸ਼ਨਸ ਜਿਹੜੀਆਂ ਵੀਡੀਓ ਟਰਾਂਸਫਰ ਕਰਦੀਆਂ ਜਾਂ ਆਡੀਓ ਟਰਾਂਸਫਰ ਕਰਦੀਆਂ ਜਾਂ ਮੈਸੇਂਜਿੰਗ ਸਰਵਿਸਿਜ਼ ਨੇ, ਮੈਸੇਂਜਰਸ ਨੇ, ਹੋਰ ਪਤਾ ਨਹੀਂ ਕੀ ਇਹਨਾਂ ਦੇ ਨਾਲ ਜਿਹੜਾ ਉਹ ਤਾਣਾ ਬਾਣਾ ਲੋਕਾਂ ਦਾ ਜੁੜਿਆ ਹੋਇਆ ਤੇ ਬੜਾ ਉਹ ਜੀ। ਅਸੀਂ ਆਧਾਰ ਬਣਿਆ ਹੋਇਆ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਦੀ, ਤੇ ਸੋਸ਼ਲ ਮੀਡੀਆ ਤੇ ਇੱਕ ਬੜੀ ਵੀਡੀਓ ਵਾਇਰਲ ਹੋ ਰਹੀ ਆ। ਪ੍ਰਦਰਸ਼ਨਕਾਰੀ ਕਿਸਾਨ ਜਾ ਰਹੇ ਨੇ, ਪਿੱਛੋਂ ਇੱਕ ਜੀਪ ਜਾਂਦੀ ਹੈ ਤੇ ਕਿਸਾਨਾਂ ਨੂੰ ਲੱਤੜਦੀ ਹੋਈ ਅੱਗੇ ਚਲੀ ਜਾਂਦੀ ਹੈ। ਇਸ ਵੀਡੀਓ ਨੇ ਬੜੀ ਤਰਥੱਲੀ ਮਚਾਈ ਹੋਈ ਸਵੇਰ ਦੀ। ਬੜੇ ਸਿਆਸਤਦਾਨਾਂ ਨੇ ਟਵੀਟ ਕੀਤੇ ਨੇ, ਆਪਣੀ ਪ੍ਰਤੀਕਰਮ ਦਿੱਤਾ ਆ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਵੀਡੀਓ ਬਾਰੇ? ਸੁਵਲੀਨ ਜੀ, ਤੁਹਾਨੂੰ ਯਾਦ ਹੋਣਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਇੱਕ ਵਾਰ ਇਹੋ ਜਿਹੀ ਕੋਈ ਗੱਲ ਕੀਤੀ ਸੀ, ਕੁਝ ਕੁੱਤੇ ਦੇ ਜਾਂ ਕਤੂਰੇ ਦੇ ਬੱਚੇ ਨੂੰ ਲੈ ਕੇ, ਛੋਟੇ ਜਿਹੇ ਕਤੂਰੇ ਨੂੰ ਲੈ ਕੇ, ਕਿ ਜੇ ਉਹਦੇ ਤੇ ਵੀ ਕਿਤੇ ਸੱਟ ਲੱਗੇ ਤਾਂ ਜਿਹੜੀ ਸਾਡੀ ਸੰਵੇਦਨਾ ਆ ਉਹ ਜਾਗਦੀ ਆ। ਜਿਸ ਵੀਡੀਓ ਦੀ ਤੁਸੀਂ ਗੱਲ ਕਰਦੇ ਆ, ਜੇ ਮੈਂ ਉਸ ਵੀਡੀਓ ਤੋਂ ਪਹਿਲਾਂ ਉਸ ਐਤਵਾਰ ਜਿਹੜੀ ਬੀਤੇ ਐਤਵਾਰ ਨੂੰ ਘਟਨਾ ਹੋਈ ਹੈ ਜੇ ਉਹਦੀ ਗੱਲ ਕਰਾਂ ਤੇ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੁੰਦਾ। ਮੈਨੂੰ ਯਾਦ ਆਉਂਦਾ ਅਮਿਤਾਭ ਬੱਚਨ ਇੱਕ ਬਹੁਤ ਵੱਡੇ ਐਕਟਰ ਨੇ, ਤੇ ਉਹ ਹਿੰਸਾ ਦੇ ਮਾਮਲੇ ਦੇ ਵਿੱਚ ਇੱਕ ਐਡਵਰਟਾਈਜ਼ਮੈਂਟ ਕਰਦੇ ਹੁੰਦੇ ਸੀ, ਤੇ ਉਹਦੇ 'ਚ ਉਹ ਕਹਿੰਦੇ ਸੀਗੇ ਕਿ ਹਮ ਇਨਸਾਨ ਦੂਸਰੇ ਇਨਸਾਨ ਕੋ ਕੈਸੇ ਮਾਰ ਸਕਦੇ हैं। ਤੇ ਜਦੋਂ ਅਸੀਂ ਉਹਨੂੰ ਧਿਆਨ ਨਾਲ ਦੇਖਦੇ ਸੁਣਦੇ ਹਾਂ ਤਾਂ ਫਿਰ ਲੱਗਦੀ ਆ ਗੱਲ ਕਿ ਅਸੀਂ ਕਿਵੇਂ ਹਿੰਸਾ ਦਾ ਜਿਹੜਾ ਰਸਤਾ ਆ ਅਸੀਂ ਅਪਣਾਉਨੇ, ਪਰ ਅਸੀਂ ਸਾਰੇ ਹੀ ਅਪਣਾਉਨੇ ਆ। ਗੁੱਸਾ ਜਿਹੜਾ ਆ ਉਹ ਸਾਡੀਆਂ ਜਿਹੜੇ 5 ਵਿਕਾਰ ਸਾਡੇ ਧਰਮ ਨੇ ਸਾਨੂੰ ਦਿਖਾਏ, ਉਹਨਾਂ ਦੇ ਵਿੱਚ ਬਹੁਤ ਮੋਢੀਆਂ ਦੇ ਵਿੱਚ ਕ੍ਰੋਧ ਜਿਹੜਾ ਆ ਸਭ ਤੋਂ ਵੱਡਾ। ਚਲੋ ਛੋਟਾ ਤਾਂ ਅਸੀਂ ਕਿਸੇ ਨੂੰ ਵੀ ਨਹੀਂ ਕਹਿੰਦੇ, ਨਾ ਮੋਹ ਨੂੰ, ਨਾ ਲੋਭ ਨੂੰ, ਨਾ ਹੰਕਾਰ ਨੂੰ, ਨਾ ਕਾਮ ਨੂੰ, ਪਰ ਕ੍ਰੋਧ ਜਿਹੜਾ ਆ ਉਹ ਆਮ ਤੌਰ ਤੇ ਬਹੁਤ ਛੇਤੀ ਸਾਡੇ ਸੁਭਾਅ ਦੇ ਵਿੱਚ ਪ੍ਰਗਟ ਹੁੰਦਾ। ਉਹ ਘਟਨਾ ਦੀ ਨਿੰਦਾ ਕਰਨੀ ਆ, ਉਸ ਘਟਨਾ ਬਾਰੇ ਦੇਖਣਾ ਆ, ਉਹਨਾਂ ਲੋਕਾਂ ਦੇ ਜ਼ਖਮ ਦੇਖਣੇ ਆ, ਵੱਖ-ਵੱਖ ਵੈਬਸਾਈਟਸ ਤੋਂ ਜਾਂ ਵੱਖ-ਵੱਖ ਨਿਊਜ਼ਪੇਪਰ ਤੋਂ ਉਹਨਾਂ ਦੀਆਂ ਫੋਟੋਆਂ ਦੇਖਣ ਤੋਂ ਬਾਅਦ ਜਿੰਨਾ ਗੁੱਸਾ ਆਉਂਦਾ ਆ ਓਨਾ ਹੀ ਦੁੱਖ ਹੁੰਦਾ ਆ। ਮੈਂ ਪਰਸਨਲ ਜੇ ਆਪਣੀ ਗੱਲ ਕਰਾਂ, ਅਸੀਂ ਉਹ ਲੋਕ ਆ ਜਿਹੜੇ ਪੰਜਾਬ 'ਚ ਰਹਿੰਦੇ ਹੋਏ ਇਹ ਕਾਫੀ ਸਾਲਾਂ ਤੋਂ ਸੋਚ ਰਹੇ ਹਾਂ ਕਿ ਨਹੀਂ ਯਾਰ, ਵਿਦੇਸ਼ ਜਾਣਾ ਕੋਈ ਚੰਗਾ ਹੱਲ ਨਹੀਂ। ਅਸਲੀਅਤ ਦੀ ਗੱਲ ਅਸੀਂ ਸੋਚਦੇ ਹਾਂ ਕਿ ਨਹੀਂ, ਜਿਹੜਾ ਤਾਂ ਇੱਥੇ ਨਹੀਂ ਕੁਝ ਕਰ ਸਕਦਾ ਜਾਂ ਜਿਹਦੇ ਕੋਲ ਹਾਲਾਤ ਨਹੀਂ ਹੈਗੇ ਜਾਂ ਜਿਹਦੇ ਕੁਝ ਸਰਕਮਸਟਾਂਸ ਇੱਦਾਂ ਦੇ ਆ ਕਿ ਕੁਝ ਵੱਡੇ ਭੈਣ ਭਰਾ ਜਾਂ ਕੁਝ ਹੋਰ ਲੋਕ ਉੱਥੇ ਰਹਿੰਦੇ ਆ, ਉਹ ਤਾਂ ਜਾਣ। ਬਹੁਤੇ ਲੋਕਾਂ ਨੂੰ ਮੁਲਕ ਛੱਡ ਕੇ ਨਹੀਂ ਜਾਣਾ ਚਾਹੀਦਾ। ਪਰ ਜਦੋਂ ਅਸੀਂ ਇਹੋ ਜਿਹੀਆਂ ਘਟਨਾਵਾਂ ਦੇਖਦੇ ਹਾਂ, ਜਦੋਂ ਅਸੀਂ ਆਪਣੇ ਆਪ ਨੂੰ ਫਸੇ ਹੋਏ ਮਹਿਸੂਸ ਕਰਦੇ ਹਾਂ, ਜਦੋਂ ਅਸੀਂ ਲੱਗਦਾ ਆ ਕਿ ਅਸੀਂ ਬਹੁਤ ਸ਼ਕਤੀਹੀਣ ਆ, ਅਸੀਂ ਸੱਚ ਦੇ ਲਈ ਕੁਝ ਨਹੀਂ ਕਰ ਸਕਦੇ, ਅਸੀਂ ਹਿੰਸਾ ਨੂੰ ਰੋਕਣ ਲਈ ਕੁਝ ਵੀ ਨਹੀਂ ਕਰ ਸਕਦੇ, ਜਾਂ ਅਸੀਂ ਗਲਤ ਨੂੰ ਗਲਤ ਕਹਿਣ ਦਾ ਖਮਿਆਜ਼ਾ ਇਦਾਂ ਭੁਗਤਦੇ ਹਾਂ ਕਿ ਸੱਤਾ ਦੇ ਵਿੱਚ ਜਿਹੜੀਆਂ ਸ਼ਕਤੀਆਂ ਸੱਤਾ ਦੇ ਹੰਕਾਰ ਦੇ ਵਿੱਚ ਨੇ ਉਹ ਸਾਨੂੰ ਕਦੇ ਵੀ ਕਿਸੇ ਤਰੀਕੇ ਨਾਲ ਜਾਨ ਤੋਂ ਖਤਮ ਕਰ ਸਕਦੀਆਂ। ਫਿਰ ਲੱਗਦਾ ਕਿ ਨਹੀਂ, ਉਹ ਜਿਹੜੇ ਲੋਕ ਇਸ ਦੇਸ਼ ਨੂੰ ਛੱਡਣ ਦੀ ਸਕੀਮ ਬਣਾਉਂਦੇ ਨੇ ਜਾਂ ਇਸ ਦੇਸ਼ ਨੂੰ ਛੱਡ ਕੇ ਜਾਂਦੇ ਨੇ ਉਹ ਠੀਕ ਕਰ ਰਹੇ ਨੇ। ਹਾਲਾਂਕਿ ਮੈਂ ਹਾਲੇ ਵੀ ਇਸ ਗੱਲ ਨਾਲ ਸਹਿਮਤ ਨਹੀਂ ਕਿ ਮੁਲਕ ਨੂੰ ਛੱਡ ਕੇ ਜਾਣਾ ਚਾਹੀਦਾ, ਪਰ ਹਾਲਾਤ ਜਾਂ ਇਹੋ ਜਿਹੀ ਜਿਹੜੀ ਘਟਨਾਵਾਂ ਜਦੋਂ ਵਾਪਰਦੀਆਂ ਨੇ
ਫਿਰ ਮਨ ਦੇ ਵਿੱਚ ਦੁੱਖ ਤੋਂ ਇਲਾਵਾ, ਨਿਰਾਸ਼ਾ ਤੋਂ ਇਲਾਵਾ ਜਾਂ ਫਿਰ ਉਸ ਗੁੱਸੇ ਤੋਂ ਇਲਾਵਾ ਹੋਰ ਕੁਝ ਬਚਦਾ ਨਹੀਂ। ਮਾਫ ਕਰਨਾ ਸ਼ਰਮਾ ਜੀ, ਇੱਥੇ ਰੋਕਣਾ ਚਾਹੂੰਗੀ ਤੁਹਾਨੂੰ। ਇਸ ਮੁੱਦੇ ਤੇ ਵਾਪਸ ਆ ਕੇ ਗੱਲ ਕਰਦੇ ਹਾਂ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਉਸ ਘਟਨਾ ਦੀ, ਦੁਖਦਾਇਕ ਘਟਨਾ ਦੀ, ਤੇ ਕੀ ਕਹਿਣਾ ਚਾਹੁੰਦੇ ਹੋ? ਕੋਈ ਸਿਆਸਤਦਾਨ ਵੀ ਬੋਲਿਆ ਇਸ ਬਾਰੇ? ਦੇਖੋ ਜੀ, ਸਿਆਸਤਦਾਨ ਤੇ ਬੋਲਣਗੇ, ਉਹਨਾਂ ਲਈ ਇਹ ਇੱਕ ਘਟਨਾ ਆ। ਉਸ ਤੋਂ ਪਹਿਲਾਂ ਮੈਂ ਜ਼ਿਕਰ ਕਰਦਾ, ਜਿਹੜੀ ਇਸ ਘਟਨਾ ਤੋਂ ਪਹਿਲਾਂ ਜਾਂ ਸ਼ਾਇਦ ਉਸ ਦੇ ਸਮੇਂ ਦੇ ਵਿੱਚ ਹੀ ਕਿਤੇ ਹਰਿਆਣੇ ਤੋਂ ਮੁੱਖ ਮੰਤਰੀ ਖੱਟੜ ਸਾਹਿਬ ਬੋਲੇ, ਜੈਸੇ ਕੋ ਤੈਸਾ ਵਾਲੀ ਇੱਕ ਹਰਿਆਣਵੀ ਭਾਸ਼ਾ 'ਚ ਉਹਨਾਂ ਨੇ ਇੱਕ ਮੀਟਿੰਗ ਦੇ ਵਿੱਚ ਸ਼ਾਇਦ ਆਪਣੇ ਵਰਕਰਾਂ ਨੂੰ ਸਲਾਹ ਦਿੱਤੀ ਕਿ ਕਿਸਾਨ ਅੰਦੋਲਨ ਦਾ ਵਿਰੋਧ ਕਰਨ ਲਈ ਵਲੰਟੀਅਰਸ ਦੇ ਗਰੁੱਪ ਬਣਾਓ ਜੀ। ਹਾਲੇ ਜੁਮਾ 2-3 ਦਿਨ ਹੀ ਬੀਤੇ ਨੇ ਜਦੋਂ ਮਹਾਤਮਾ ਗਾਂਧੀ ਦੀ ਇਹਨਾਂ ਨੇ ਬਰਸੀ ਮਨਾਈ ਹੈ। ਸਾਰਿਆਂ ਨੇ ਉਹਨਾਂ ਨੂੰ ਜਨਮ ਦਿਨ ਤੇ ਸ਼ਰਧਾਂਜਲੀਆਂ ਦਿੱਤੀਆਂ। ਸਾਰਿਆਂ ਨੇ ਚਿੱਟੇ ਕੁੜਤੇ ਪਜਾਮੇ ਪਾਏ ਹੋਣੇ। ਸਾਰਿਆਂ ਨੇ ਗਾਂਧੀ ਦੇ ਆਦੇਸ਼ਾਂ ਨੂੰ, ਗਾਂਧੀ ਦੇ ਉਪਦੇਸ਼ਾਂ ਨੂੰ, ਮਹਾਤਮਾ ਗਾਂਧੀ ਦੀਆਂ ਸਲਾਹਾਂ ਨੂੰ, ਉਹਨਾਂ ਦੀਆਂ ਲਿਖਤਾਂ ਨੂੰ ਬੜਾ ਹੁੱਬ ਕੇ ਵਿਚਾਰਿਆ। ਮੋਦੀ ਦੇ ਵਜ਼ੀਰਾਂ ਨੇ ਟਵੀਟ ਵੀ ਕੀਤਾ ਕਿ ਮਹਾਤਮਾ ਗਾਂਧੀ ਦੇ ਮੁਲਕ ਦੇ ਵਿੱਚ ਹਿੰਸਾ ਨਹੀਂ ਹੋਣੀ ਚਾਹੀਦੀ। ਬਿਲਕੁਲ। ਤੇ ਨਾਲ ਦੀ ਨਾਲ ਇਹਨਾਂ ਨੇ ਇਹ ਵੀ ਦੱਸਿਆ ਹੋਣਾ ਕਿ ਉਹਨਾਂ ਦੇ ਜਿਹੜੇ ਉਪਦੇਸ਼ ਸੀ, ਜਿਹੜੀ ਨਾਨ ਵਾਇਲੈਂਸ ਆ, ਉਹ ਅੱਜ ਵੀ ਉਨੀ ਹੀ ਪ੍ਰਸੰਗਕ ਆ ਜੀ। 2 ਤਰੀਕ ਨੂੰ ਇਹ ਗਾਂਧੀ ਜਯੰਤੀ ਮਨਾਉਂਦੇ ਆ ਤੇ 4 ਤਰੀਕ ਨੂੰ ਖੱਟੜ ਸਾਹਿਬ ਆਪਣੇ ਵਲੰਟੀਅਰਾਂ ਨੂੰ ਸਲਾਹ ਦਿੰਦੇ ਆ ਕਿ ਜੈਸੇ ਕੋ ਤੈਸਾ, ਲਾਠੀਆਂ ਜਿਹੜੀਆਂ ਉਹ ਤਿਆਰ ਰੱਖੋ ਜੀ। ਅਸੀਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਇੱਕ ਸਮਾਂ ਦੇਖਿਆ 80s ਤੋਂ ਬਾਅਦ ਦਾ, ਜਾਂ 80s ਤੋਂ ਕੁਝ ਸਾਲ ਪਹਿਲਾਂ ਦਾ, ਜਾਂ ਲੇਟ 70s 'ਚ ਸ਼ੁਰੂ ਹੋਇਆ, ਫਿਰ ਉਹ 90s ਤੋਂ ਬਾਅਦ ਜਾ ਕੇ ਖਤਮ ਹੋਇਆ ਜੀ, ਜਿਹਨੂੰ ਅਸੀਂ ਪੰਜਾਬ ਦੇ ਬੁਰੇ ਦੌਰ ਦੀ ਗੱਲ ਕਰਦੇ ਹਾਂ। ਆਮ ਤੌਰ ਤੇ ਅਸੀਂ ਦੇਖਦੇ ਹਾਂ, ਇਹ ਗੱਲ ਅਸੀਂ ਸਮਝਦੇ ਹਾਂ ਕਿ ਲੜਾਈ ਜਿਹੜੀ ਆ ਉਹ ਕਿਸੇ ਮਸਲੇ ਦਾ ਹੱਲ ਨਹੀਂ ਜੀ, ਉਹ ਆਪਣੇ ਆਪ ਦੇ ਵਿੱਚ ਇੱਕ ਨਵਾਂ ਮਸਲਾ ਖੜਾ ਕਰਦੀ ਆ। ਬਾਅਦ ਵਿੱਚ ਹੱਲ ਜਿਹੜਾ ਆ ਉਹ ਫਿਰ ਕਿਤੇ ਜਾ ਕੇ ਗੱਲਬਾਤ ਨਾਲ ਹੀ ਹੋਣਾ। ਇਹ ਜਿਹੜੇ ਮਿਸ਼ਰਾ ਸਾਹਿਬ, ਜਿਹੜੇ ਹੋਮ ਮਿਨਿਸਟਰ ਨੇ ਜੀ, ਰਾਜ ਮੰਤਰੀ ਦਾ ਦਰਜਾ ਹੈ ਇਹਨਾਂ ਕੋਲ, ਹੋਮ ਮਿਨਿਸਟਰ ਨੇ, ਅਮਿਤ ਸ਼ਾਹ ਨੂੰ ਸਬੋਰਡੀਨੇਟ ਕਰਦੇ ਨੇ ਜੀ। ਉਹਨਾਂ ਦਾ ਥੋੜੇ ਦਿਨ ਪਹਿਲਾਂ ਹੀ ਇੱਕ ਭਾਸ਼ਣ ਦੇ ਵਿੱਚ ਇਹ ਕਹਿਣਾ ਕਿ ਮੇਰਾ ਜਿਹੜਾ ਆ ਉਹ ਬੈਕਗ੍ਰਾਉਂਡ ਚੈੱਕ ਕਰੋ। ਕੱਲ ਦੇ ਪ੍ਰੋਗਰਾਮ 'ਚ ਕੁਲਦੀਪ ਜੀ ਨੇ ਉਹਦੀ ਗੱਲ ਕੀਤੀ ਜੀ। ਇਹ ਕਿਸ ਦੁਨੀਆ ਦੇ ਲੋਕ ਨੇ? ਕੀ ਇਹਨਾਂ ਨੇ ਉਹ ਸੰਵਿਧਾਨ ਜਿਹੜਾ ਆ ਭਾਰਤ ਦਾ ਪੜ੍ਹਿਆ, ਸੁਣਿਆ, ਦੇਖਿਆ? ਜਾਂ ਕੀ ਇਹਨਾਂ ਨੂੰ ਮਹਾਤਮਾ ਗਾਂਧੀ ਦੇ ਦਿਨ ਮਨਾਉਣ ਦੀ ਕੋਈ ਇਜਾਜ਼ਤ ਹੋਣੀ ਚਾਹੀਦੀ ਹੈ? ਕੀ ਇਹਨਾਂ ਨੂੰ ਇਸ ਗੱਲ ਦੀ ਥੋੜ੍ਹੀ ਬਹੁਤ ਵੀ ਲੱਜਾ, ਸ਼ਰਮ ਜਾਂ ਹਿਆ ਹੋਵੇਗੀ ਕਿ ਕੀ ਅਸੀਂ ਕਹਿ ਰਹੇ ਹਾਂ, ਕਿਸ ਮੁਲਕ 'ਚ ਅਸੀਂ ਰਹਿੰਦੇ ਹਾਂ? ਡੈਮੋਕ੍ਰੈਟਿਕ ਫਾਰਮ ਦੇ ਵਿੱਚ ਅਸੀਂ ਭਾਰਤ ਦੇ ਵਿੱਚ ਇਹਨੂੰ ਸਭ ਤੋਂ ਵੱਡਾ ਦੁਨੀਆ ਦੇ ਵਿੱਚ ਲੋਕਤੰਤਰ ਮੰਨਦੇ ਹਾਂ, ਤੇ ਫਿਰ ਅਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹਾਂ? ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਜਿੱਦਾਂ ਤੁਸੀਂ ਦੱਸਿਆ ਕਿ ਸਿਰਫ ਔਰ ਸਿਰਫ ਗੁੱਸਾ, ਨਿਰਾਸ਼ਾ ਤੇ ਦੁੱਖ ਦੀ ਉਤਪਤੀ ਹੁੰਦੀ ਹੈ ਜੀ। ਮਤਲਬ ਕਿੰਨਾ ਕੁ ਉਹ, ਕਿਸ ਹੱਦ ਤੱਕ ਗਿਰਿਆ ਹੋਇਆ ਬੰਦਾ ਹੋਊਗਾ ਜ਼ਿਹਨੀ ਤੌਰ ਦੇ ਉੱਤੇ, ਉਹ ਜਿਹੜਾ ਬੰਦਾ ਉਸ ਗੱਡੀ ਨੂੰ ਡਰਾਈਵ ਕਰ ਰਿਹਾ ਸੀ, ਤੇ ਕਿੰਨੀ ਪਾਵਰ ਦੇ ਨਾਲ ਉਸ ਬੰਦੇ ਨੂੰ ਭੇਜਿਆ ਹੋਵੇਗਾ ਪਿੱਛੋਂ, ਜਿਹਨੇ ਵੀ ਉਹਨੂੰ ਇਹ ਗੱਲ ਕਹਿ ਕੇ ਭੇਜਿਆ। ਚਾਹੇ ਉਹ ਮੰਤਰੀ ਦਾ ਪੁੱਤ ਆਪ ਬੈਠਾ ਸੀ ਵਿੱਚ, ਚਾਹੇ ਉਹਦਾ ਸਿਖਾਇਆ ਹੋਇਆ ਤੇ ਉਹਦਾ ਭੇਜਿਆ ਹੋਇਆ ਕੋਈ ਡਰਾਈਵਰ ਸੀ। ਕਿਹੜੀ ਉਹਨੇ ਚੀਜ਼ ਇਹੋ ਜਿਹੀ ਖਾਧੀ ਹੋਵੇਗੀ ਤੇ ਕਿਹੜੀ ਨਹੀਂ। ਮਾਫ ਕਰਨਾ, ਮੈਂ ਉਸ ਮੁੱਦੇ ਨੂੰ ਕਈ ਵਾਰ ਟੱਚ ਕਰਦਾ ਜਦੋਂ ਅਸੀਂ ਬੇਅਦਬੀ ਕਾਂਡ ਦੀ ਗੱਲ ਕਰਦੇ ਹਾਂ ਜੀ, ਕਿ ਜਿਨ੍ਹਾਂ ਵੀ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੋਣੀ ਆ, ਕੈਸੇ ਦਿਮਾਗ ਹੋਣੇ ਆ ਤੇ ਕੈਸੀ ਉਹਨਾਂ ਦੀ ਜਿਹੜੀ ਜ਼ਿਹਨੀ ਸਥਿਤੀ ਹੋਣੀ ਆ। ਅਸੀਂ ਲੋਕ ਜਦੋਂ ਵੀ ਜਾਂਦੇ ਹਾਂ ਤੇ ਜਾਣ ਤੋਂ ਪਹਿਲਾਂ ਅਸੀਂ ਸੋਚਦੇ ਹਾਂ ਕਿ ਹੱਥ ਧੋ ਲਈਏ ਤੇ ਸਿਰ ਢੱਕ ਲਈਏ ਤੇ ਜਗ੍ਹਾ ਲੱਭਦੇ ਹਾਂ ਕਿ ਜੁੱਤੀ ਕਿੱਥੇ ਲਾਉਣੀ ਆ। ਜੇ ਤਾਂ ਹੱਥ ਨਾਲ ਲਾਉਣੀ ਆ ਤੇ ਫਿਰ ਹੱਥ ਜਿਹੜੇ ਆ ਫਿਰ ਦੁਬਾਰਾ ਧੋਣੇ। ਆਮ ਤੌਰ ਤੇ 90% ਨਹੀਂ 100% ਹੀ ਲੋਕ, ਪਰ ਇਹ ਖਾਸ ਤੌਰ ਦੇ ਜਿਹੜੇ ਲੋਕ ਨੇ ਜਿਹੜੇ ਹਰ ਚੀਜ਼ ਦੇ ਵਿੱਚੋਂ ਰਾਜਨੀਤੀ ਦੇਖਦੇ ਨੇ, ਜਿਹੜੇ ਹਰ ਚੀਜ਼ ਦੇ ਲਈ ਇਸਤੇਮਾਲ ਕੀਤੇ ਜਾਂਦੇ ਨੇ, ਇਹਨਾਂ ਦਾ ਇਸਤੇਮਾਲ ਜਿਹੜੀ ਆ ਉਹ ਰਾਜਨੀਤੀ ਕਰਦੀ ਆ। ਤੇ ਦੇਖੋ ਦੂਸਰੀ ਇੱਕ ਹੋਰ ਸਵਲੀਨ ਜੀ ਬੜੀ ਜ਼ਰੂਰੀ ਗੱਲ ਆ, 4 ਤੇ ਉਸ ਗੱਡੀ ਨੇ ਮਾਰਤੇ ਤੇ 4 ਉਹਨਾਂ ਲੋਕਾਂ ਨੇ ਗੁੱਸੇ ਚ ਆ ਕੇ ਮਾਰਤੇ। ਕੋਈ ਲੀਡਰ ਨਹੀਂ ਮਰਿਆ, ਕਿਸੇ ਲੀਡਰ ਦਾ ਕੋਈ ਦੂਰ ਦਾ ਰਿਸ਼ਤੇਦਾਰ ਤੱਕ ਨਹੀਂ ਮਰਿਆ, ਤੇ ਜੇ ਕੋਈ ਇਹਨਾਂ ਦਾ ਆਪਣਾ ਮਰਿਆ ਵੀ ਹੁੰਦਾ ਤਾਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਜਿਸ ਦਿਨ ਮਰਦੇ ਨੇ ਉਸ ਤੋਂ ਅਗਲੇ ਦਿਨ ਇਹਨਾਂ ਦੇ ਨਾਲ ਦੇ ਤਿਆਰ ਹੋ ਜਾਂਦੇ ਨੇ ਕਿ ਗੱਦੀ ਕਿਹਨੇ ਸੰਭਾਲਣੀ।
ਜਦੋਂ ਆਮ ਕਿਸੇ ਇਨਸਾਨ ਦੀ ਡੈਥ ਹੁੰਦੀ ਆ ਤੇ ਉਹਦੇ ਘਰ 10 ਦਿਨ 15 ਦਿਨ ਜਾਂ 13 ਦਿਨ ਜਾਂ 11 ਦਿਨ ਸੋਗ ਹੁੰਦਾ। ਇਹਨਾਂ ਨੂੰ ਦੂਸਰੇ ਦਿਨ ਇਸ ਗੱਲ ਦੀ ਫਿਕਰ ਪਈ ਹੁੰਦੀ ਆ ਕਿ ਕੁਰਸੀ ਤੇ ਕਿਹਨੇ ਬਹਿਣਾ, ਉਹਦੀ ਜੋੜ ਤੋੜ ਦੇ ਵਿੱਚ ਉਸੇ ਦਿਨ ਹੀ ਲੱਗ ਜਾਂਦੇ ਆ। ਇਹ ਤਾਂ ਇਦਾਂ ਜਾਪਦਾ ਜਿੱਦਾਂ ਤੁਸੀਂ ਗੱਲ ਕੀਤੀ ਕਿ ਉਹਨੇ ਪ੍ਰਸ਼ਾਦ ਸੁੱਖਿਆ ਸੀ ਕਿ ਫੇਸਬੁੱਕ ਚੱਲ ਪਵੇ ਤੇ ਮੈਂ ਪ੍ਰਸ਼ਾਦ ਦੇਵਾਂ। ਇਹਨਾਂ ਨੇ ਸੁੱਖਿਆ ਹੋਣਾ ਕਿ ਮਰੇ ਤੇ ਅਗਲੇ ਦੀ ਵਾਰੀ ਆਵੇ। ਸੋ ਉਸ ਘਟਨਾ ਦੇ ਲਈ ਕੋਈ ਸ਼ਬਦ ਨਹੀਂ ਆ, ਕੋਈ ਉਹਦੀ ਨਿਖੇਧੀ ਨਹੀਂ ਕੀਤੀ ਜਾ ਸਕਦੀ। ਉਹਦੇ ਲਈ ਸਿਰਫ ਔਰ ਸਿਰਫ ਪਰਮਾਤਮਾ ਲਈ, ਅੱਲਾ ਅੱਗੇ, ਵਾਹਿਗੁਰੂ ਅੱਗੇ ਦੁਆ ਕੀਤੀ ਜਾ ਸਕਦੀ ਹੈ ਕਿ ਇਹਨਾਂ ਲੀਡਰਾਂ ਨੂੰ, ਇਹਨਾਂ ਸਿਆਸਤਦਾਨਾਂ ਨੂੰ ਕੋਈ ਮੱਤ, ਕੋਈ ਸੁਮੱਤ ਦੇ, ਇਹਨਾਂ ਦੀ ਸੋਚ 'ਚ ਕੁਝ ਤਬਦੀਲੀ ਆਵੇ ਤਾਂ ਜੋ ਜਿਹੜੇ ਸਾਡੇ ਮੁਲਕ ਦੇ ਵਿੱਚ ਇਹੋ ਜਿਹੇ ਹਾਲਾਤ ਨੇ ਉਹ ਫੇਰ ਕਦੇ ਨਾ ਹੋਣ। ਦੇਖੋ, ਵਿਰੋਧ ਕਰਨਾ ਹਰ ਨਾਗਰਿਕ ਦਾ ਫਰਜ਼ ਹੈ, ਹੱਕ ਆ। ਗਲਤ ਨੂੰ ਗਲਤ ਕਹਿਣ ਦੇ ਲਈ ਉਹਦੇ ਕੋਲ ਇੱਕ ਜਜ਼ਬਾ ਹੋਣਾ ਚਾਹੀਦਾ। ਪੂਰੇ ਮੁਲਕ ਦੇ ਵਿੱਚ ਵਿਰੋਧ ਹੁੰਦੇ ਨੇ, ਪੂਰੀ ਦੁਨੀਆ ਦੇ ਵਿੱਚ ਹੁੰਦੇ ਨੇ, ਹਰ ਚੰਗੀ ਮਾੜੀ ਗੱਲ ਨੂੰ ਲੈ ਕੇ ਹੁੰਦੇ ਨੇ। ਬਿਲਕੁਲ ਮੁਮਕਿਨ ਗੱਲ ਆ ਕਿ ਕਿਸੇ ਵੇਲੇ ਕੋਈ ਗੱਲ ਠੀਕ ਕੀਤੀ ਹੋਵੇ ਸਰਕਾਰ ਨੇ, ਮੈਨੂੰ, ਤੁਹਾਨੂੰ ਜਾਂ ਕਿਸੇ ਹੋਰ ਬੰਦੇ ਨੂੰ ਉਹ ਗਲਤ ਲੱਗ ਸਕਦੀ ਹੈ। ਕਿਤੇ ਅਸੀਂ ਕਬਜ਼ਾ ਢਾਉਣ ਦੀ ਗੱਲ ਕਰਦੇ ਹਾਂ, ਉਹ ਕਬਜ਼ਾ 100 ਸਾਲ ਤੋਂ ਉੱਥੇ ਹੋਇਆ, ਮੇਰੇ ਵਰਗੇ ਨੇ ਉੱਥੇ ਕਿਸੇ ਨੇ ਝੌਂਪੜੀ 10 ਸਾਲ ਤੋਂ ਬਣਾਈ ਹੈ, ਉਹਨੂੰ ਪਤਾ ਹੀ ਨਹੀਂ ਇਸ ਗੱਲ ਦਾ, ਉਹਨੂੰ ਉਹ ਗੱਲ ਗਲਤ ਲੱਗਣੀ ਹੈ। ਪਰ ਜਿੱਥੇ ਕਿਤੇ ਸੜਕ ਦੇ ਉੱਤੇ ਲੋਕ ਖੜੇ ਆ, ਉਸ ਇੱਕ ਗੱਲ ਦਾ ਵਿਰੋਧ ਜਤਾ ਰਹੇ ਆ, ਉਹਨਾਂ ਦੇ ਉੱਤੇ ਗੱਡੀ ਚੜਾ ਦੇਣੀ, ਉਹਦੇ ਨਾਲ ਜੁੜਦੀਆਂ ਹੋਈਆਂ ਘਟਨਾਵਾਂ ਨੇ। 2-3 ਦਿਨ ਪਹਿਲਾਂ, 4 ਦਿਨ ਪਹਿਲਾਂ ਉਸ ਮੰਤਰੀ ਦੇ ਬਿਆਨ ਕੁਝ ਹੋਰ ਨੇ, ਮਨੋਹਰ ਲਾਲ ਖੱਟੜ ਕੁਝ ਹੋਰ ਬੋਲ ਰਹੇ ਨੇ ਤੇ ਉਹਨਾਂ ਦੇ ਬੇਟੇ ਨੇ ਉਹ ਜਿਹੜੀ ਬੋਲ ਸੀਗੇ ਉਹ ਪਗਾਤੇ ਤੇ ਉਹ ਕਰਕੇ ਦਿਖਾ ਦਿੱਤਾ। ਜਿਹੜੀ ਅਗਲੇ ਪਾਸਿਓਂ ਕਾਰਵਾਈ ਹੋਈ ਆ, ਗੁੱਸੇ ਦੇ ਦੌਰਾਨ ਹੋਈ ਆ, ਜਦੋਂ ਅਸੀਂ ਗੁੱਸੇ 'ਚ ਦੇਖਦੇ ਹਾਂ ਤਾਂ ਫਿਰ ਉਹ ਜਾਇਜ਼ ਜਾਪਦੀ ਆ, ਫਿਰ ਉਹ ਠੀਕ ਲੱਗਦੀ ਆ। ਜਿੱਦਾਂ ਖੱਟੜ ਸਾਹਿਬ ਨੂੰ ਲੱਗਾ ਕਿ ਜਿਹੜਾ ਸਾਡਾ ਵਿਰੋਧ ਕਰਦਾ ਉਹਦੇ ਲਾਠੀ ਮਾਰੋ, ਤੇ ਕਿਸਾਨਾਂ ਨੂੰ ਵੀ ਲੱਗਦਾ ਸੀ ਕਿ ਜੇ ਸਾਡੇ 4 ਮਾਰੇ ਤੇ ਅਸੀਂ ਵੀ ਇਹਨਾਂ ਦੇ 4 ਮਾਰਨੇ ਆ, ਗੱਡੀਆਂ ਫੂਕ ਦਿੱਤੀਆਂ। ਐਕਸ਼ਨ ਦਾ ਰਿਐਕਸ਼ਨ। ਬਿਲਕੁਲ। ਪਰ ਉਹ ਘਟਨਾ ਜਿਹੜੀ ਆ ਉਹ ਬਿਲਕੁਲ ਠੀਕ ਨਹੀਂ ਹੈਗੀ। ਉਹਦੀ ਵਜ੍ਹਾ ਫਿਰ ਇਸ ਕਿਸਾਨ ਅੰਦੋਲਨ ਦੇ ਸ਼ੁਰੂਆਤ ਵਿੱਚ ਬਲਵੀਰ ਸਿੰਘ ਰਾਜੇਵਾਲ ਵੱਲੋਂ ਦਿੱਤਾ ਹੋਇਆ ਬਿਆਨ ਆ। ਉਹਦੀ ਵਜ੍ਹਾ ਬੀਤੇ ਹਫ਼ਤੇ ਮਨਾਈ ਹੋਈ ਮਹਾਤਮਾ ਗਾਂਧੀ ਦੀ ਜਨਮ ਤਿਥੀ ਹੈ। ਉਹਦੀ ਵਜ੍ਹਾ ਅਹਿੰਸਾ ਪਰਮੋ ਧਰਮਾ ਵਰਗੇ ਸ਼ਲੋਕ ਨੇ। ਉਹਦੀ ਵਜ੍ਹਾ ਸਾਰੀ ਦੁਨੀਆ ਦਾ ਹਿੰਦੁਸਤਾਨ ਨੂੰ ਲੋਕਤੰਤਰ ਦੇ ਵਿੱਚ ਸਭ ਤੋਂ ਵੱਡਾ ਮੁਲਕ ਮੰਨਣਾ ਆ। ਕਿਉਂ? ਸੱਤਾਧਾਰੀ ਧਿਰ ਤੇ ਚਾਹੁੰਦੀ ਆ ਕਿ ਇਸ ਅੰਦੋਲਨ ਦੇ ਵਿੱਚ ਕੋਈ ਉਕਸਾਹਟ ਪੈਦਾ ਹੋਵੇ। ਉਹਨਾਂ ਨੂੰ 4 ਮਰਨ, 14 ਮਰਨ, 8 ਮਰਨ, 800 ਮਰਨ ਕੋਈ ਫਰਕ ਨਹੀਂ ਪਿਆ। ਉਹਨਾਂ ਨੂੰ 700 ਦਾ ਕੋਈ ਫਰਕ ਨਹੀਂ ਪਿਆ। ਉਹਨਾਂ ਨੂੰ 700 ਦਾ ਫਰਕ ਨਹੀਂ ਪਿਆ। ਉਹਨਾਂ ਨੂੰ ਉਹਨਾਂ ਦੇ 4 ਮਰਨ ਦਾ ਵੀ ਫਰਕ ਨਹੀਂ ਪਿਆ। ਹਾਲਾਂਕਿ ਉਹ ਅਫਸੋਸ ਜ਼ਰੂਰ ਜਤਾਉਣਗੇ ਕਿ ਸਾਡੇ ਵਰਕਰ ਸੀ, ਸਾਡੇ ਕਰਾਕੁਨ ਸੀ, ਸਾਡਾ ਡਰਾਈਵਰ ਸੀ, ਸਾਡੀ ਗੱਡੀ ਸੀ। ਪਰ ਉਹ ਚਾਹੁੰਦੇ ਨੇ ਕਿ ਇਹੋ ਜਿਹੀ ਕੋਈ ਘਟਨਾ ਹੋਵੇ ਤੇ ਸਰਕਾਰ ਨੂੰ ਬਲ ਪ੍ਰਯੋਗ ਦਾ ਅਧਿਕਾਰ ਮਿਲੇ। ਸਰਕਾਰ ਇਹ ਦਿਖਾਵੇ, ਜਿੱਦਾਂ ਉਹਨਾਂ ਨੇ 26 ਜਨਵਰੀ ਨੂੰ ਦਿਖਾਇਆ ਸੀ ਕਿ ਇਹ ਤੇ ਦੇਸ਼ ਵਿਰੋਧੀ ਨੇ। ਰਾਜੇਵਾਲ ਸਾਹਿਬ ਦੀ ਉਹ ਸਪੀਚ ਸੀ ਕਿ ਇਹ ਅੰਦੋਲਨ ਓਨੀ ਦੇਰ ਤੱਕ ਕਾਮਯਾਬ ਹੈ, ਇਹ ਅੰਦੋਲਨ ਓਨੀ ਦੇਰ ਤੱਕ ਜਿੰਦਾ ਹੈ, ਇਹ ਅੰਦੋਲਨ ਓਨੀ ਦੇਰ ਤੱਕ ਤਾਕਤਵਰ ਹੈ ਜਦ ਤੱਕ ਅਸੀਂ ਇਸ ਅੰਦੋਲਨ ਨੂੰ ਸ਼ਾਂਤਮਈ ਤਰੀਕੇ ਨਾਲ ਚਲਾ ਰਹੇ ਹਾਂ। ਜਦੋਂ ਹੀ ਅਸੀਂ ਉਗਰ ਹੋਵਾਂਗੇ, ਜਦੋਂ ਹੀ ਅਸੀਂ ਗੁੱਸੇ ਦਾ ਪ੍ਰਗਟਾਵਾ ਕਰਾਂਗੇ, ਜਦੋਂ ਹੀ ਸਾਡੇ ਅੰਦੋਲਨ ਦੇ ਵਿੱਚ ਹਿੰਸਾ ਦੀ ਜਗ੍ਹਾ ਵੜੇਗੀ, ਸਰਕਾਰ ਨੂੰ ਬਲ ਪ੍ਰਯੋਗ ਦਾ ਜਿਹੜਾ ਆ ਕਾਰਨ ਉਹ ਮਿਲ ਜਾਏਗਾ। ਅੱਜ ਵੀ ਕਈ ਲੋਕ ਕਹਿ ਰਹੇ ਨੇ ਕਿ ਇਸ ਅੰਦੋਲਨ ਨੂੰ ਉਗਰ ਹੋ ਜਾਣਾ ਚਾਹੀਦਾ। ਉਹ ਨੌਜਵਾਨ ਨੇ, ਗੁੱਸਾ ਵੀ ਹੁੰਦਾ ਆ, ਗੁੱਸਾ ਹੋਣਾ ਲਾਜ਼ਮੀ ਵੀ ਆ। ਪਰ ਜਦੋਂ ਅਸੀਂ ਉਗਰ ਹੋਵਾਂਗੇ ਫਿਰ ਸਰਕਾਰ ਕੋਲ ਸਰਕਾਰੀ ਅਮਲਾ, ਫੋਰਸਿਸ, ਹਥਿਆਰ ਤੇ ਉਹ ਸਾਰਾ ਕੁਝ ਹੈ, ਉਹਦੇ ਨਾਲ ਫਿਰ ਉਸ ਅੰਦੋਲਨ ਨੂੰ ਉਹ ਕੁਚਲ ਸਕਦੇ ਨੇ। ਹਾਲਾਂਕਿ ਸਾਨੂੰ ਲੱਗਦਾ ਹੈ ਕਿ ਉਹ ਨਹੀਂ ਕੁਚਲਣਗੇ, ਪਰ ਫਿਰ ਵੀ ਉਸ ਬਲ ਦਾ ਪ੍ਰਯੋਗ ਕਰਨ ਦਾ ਜਿਹੜਾ ਤਰੀਕਾ ਆ ਸਰਕਾਰ ਨੂੰ ਉਹ ਮਿਲ ਜਾਵੇਗਾ। ਜਿਵੇਂ ਮੈਂ ਪ੍ਰੋਗਰਾਮ ਦੇ ਸ਼ੁਰੂ 'ਚ ਕਿਹਾ ਵੀ ਸਿਆਸੀ ਪਾਰਾ ਯੂਪੀ ਦੇ ਵਿੱਚ ਇਸ ਵੇਲੇ ਸਿਖਰ ਤੇ ਆ, ਤੇ ਕਿਹੜਾ ਸਿਆਸੀ ਨੇਤਾ ਉੱਥੇ ਆਪਣੀ ਜ਼ਮੀਨ ਤਲਾਸ਼ਣ ਗਿਆ ਜਾਂ ਸੋ ਕਾਲਡ ਕੁਰਬਾਨੀਆਂ ਦੇਣ ਗਿਆ? ਬਿਲਕੁਲ। ਕਿਹੜੇ ਪਹੁੰਚੇ ਤੇ ਕਿਹੜੇ ਰਾਹ 'ਚ ਰਹਿ ਗਏ? ਦੇਖੋ, ਪਹੁੰਚਿਆ ਉੱਥੇ ਕੋਈ ਨਹੀਂ। ਧਾਰਾ 'ਚ 144 ਲਾ ਦਿੱਤੀ ਗਈ, ਨਾਲ ਦੀ ਨਾਲ ਮੈਜਿਸਟਰੇਟ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਕਿ ਲਖੀਮਪੁਰ ਖੀਰੀ ਦੇ ਵਿੱਚ ਕੋਈ ਵੀ ਬਾਹਰੋਂ ਨਾ ਆਵੇ। ਖਾਸ ਤੌਰ ਤੇ ਪੰਜਾਬ 'ਚੋਂ ਆਉਣੋਂ ਦੀ ਰੋਕਣ ਦੀ ਗੱਲ ਕੀਤੀ ਗਈ। ਜੇ ਮੈਂ ਯੂਪੀ ਦੀ ਗੱਲ ਕਰਾਂ ਤੇ ਉੱਥੇ ਪ੍ਰਿਯੰਕਾ ਗਾਂਧੀ, ਜਿਹੜੇ ਕਾਂਗਰਸ ਦਾ ਝੰਡਾ ਬਰਦਾਰ ਨੇ ਯੂਪੀ ਦੇ ਵਿੱਚ, ਬਹੁਤ ਵੱਡਾ ਨਾਮ ਆ। ਹਾਲਾਂਕਿ ਇਲੈਕਸ਼ਨ ਉਹਨਾਂ ਨੇ ਕੋਈ ਨਹੀਂ ਲੜੀ, ਕੋਈ ਨਹੀਂ ਜਿੱਤੀ। ਕਾਂਗਰਸ ਪਾਰਟੀ ਦੀ ਆਲ ਇੰਡੀਆ ਜਨਰਲ ਸੈਕਟਰੀ ਨੇ, ਯੂਪੀ ਦੇ ਇੰਚਾਰਜ ਨੇ। ਉਹ ਉੱਥੇ ਰਾਤ ਨੂੰ ਹੀ ਪਹੁੰਚਣ ਦੀ ਕੋਸ਼ਿਸ਼ ਸੀ, ਰਸਤੇ 'ਚ ਉਹਨਾਂ ਨੂੰ ਰੋਕ ਲਿਆ ਗਿਆ। ਉਹ ਸਾਰੀਆਂ ਵੀਡੀਓਜ਼ ਅਸੀਂ ਦੇਖੀਆਂ, ਉਹਦੀ ਅਸੀਂ ਗੱਲ ਕਰਦੇ ਹਾਂ। ਮੈਂ ਨਾਲ ਦੀ ਨਾਲ ਅਗਲੀ ਗੱਲ ਕਰਾਂ, ਬਹੁਜਨ ਸਮਾਜ ਪਾਰਟੀ ਦੇ ਜਨਰਲ ਸੈਕਟਰੀ ਸਤੀਸ਼ ਚੰਦਰ ਮਿਸ਼ਰਾ ਜੀ, ਨਾਲ ਦੀ ਨਾਲ ਉੱਥੇ ਅਖਿਲੇਸ਼ ਯਾਦਵ ਤੇ ਸੰਜੇ ਸਿੰਘ, ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਨੇ ਰਾਜ ਸਭਾ ਤੋਂ, ਉਹ ਵੀ ਬੇਸਿਕਲੀ ਯੂਪੀ ਤੋਂ ਨੇ। ਇਹ ਚਾਰੋਂ ਹੀ ਜਿਹੜੇ ਨੇ
ਜਿੱਥੋਂ ਜਿੱਥੋਂ ਵੀ ਤੁਰੇ, ਜਿੱਥੇ ਜਿੱਥੇ ਵੀ ਪਹੁੰਚਣਾ ਚਾਹੁੰਦੇ ਸੀ, ਰਸਤੇ ਦੇ ਵਿੱਚ ਹੀ ਰੋਕ ਲਏ ਗਏ। ਜੀ ਪ੍ਰਿਯੰਕਾ ਗਾਂਧੀ ਨੂੰ ਤੇ ਹਾਲੇ ਤੱਕ ਰਿਹਾ ਨਹੀਂ ਕੀਤਾ ਗਿਆ। ਕੱਲ ਦੇ ਹੀ ਉਹ ਸੀਤਾਪੁਰ ਪੀਐਸਸੀ ਇੱਕ ਗੈਸਟ ਹਾਊਸ ਦੇ ਵਿੱਚ ਡਿਟੇਨ ਕੀਤੇ ਹੋਏ ਨੇ। ਉਹਨਾਂ ਦੀ ਇੱਕ ਹੋਰ ਵੀਡੀਓ ਆਈ ਜਿਹਦੇ 'ਚ ਉਹ ਝਾੜੂ ਫੇਰਦੇ ਆਪਣੇ ਕਮਰੇ 'ਚ ਦਿਖਾਏ ਗਏ। ਜੀ ਜੀ ਉਹਦੇ ਤੇ ਵੀ ਗੱਲ ਹੋਵੇਗੀ, ਵਿਵਾਦ ਉੱਠਣਗੇ ਕਿ ਇਹ ਬੀਬੀ ਐਡੇ ਵੱਡੇ ਘਰ ਦੀ ਆ ਤੇ ਉੱਥੇ ਝਾੜੂ ਕਿਉਂ ਫੇਰਦੀ ਸੀ। ਮੈਂ ਉਹਨਾਂ ਦੀ ਸਾਈਡ ਨਹੀਂ ਲੈਂਦਾ, ਕਿਉਂਕਿ ਮੇਰਾ ਕੰਮ ਕਿਸੇ ਦੀ ਵੀ ਸਾਈਡ ਲੈਣਾ ਨਹੀਂ ਆ, ਸਿਰਫ ਤੱਥ ਦਿਖਾਉਣ ਦੀ ਆ। ਬਿਲਕੁਲ। ਬਹੁਤ ਵਾਰ ਅਸੀਂ ਇਦਾਂ ਦੇ ਹਾਲਾਤਾਂ ਦੇ ਵਿੱਚ ਹੁੰਨੇ ਆ ਜਿੱਥੇ ਸਾਨੂੰ ਕਰਨ ਲਈ ਕੁਝ ਨਹੀਂ ਹੁੰਦਾ ਤੇ ਅਸੀਂ ਆਪਣੀ ਸਟ੍ਰੈਸ ਜਿਹੜੀ ਆ ਉਹਨੂੰ ਬਰਨ ਕਰਨਾ ਹੁੰਦਾ, ਉੱਥੇ ਕੁਝ ਨਾ ਕੁਝ ਕਰਨਾ ਹੁੰਦਾ। ਉਹਨਾਂ ਦਾ ਸਾਥੀ ਵੀਡੀਓ ਬਣਾ ਰਿਹਾ ਤੇ ਉਹ ਉੱਥੇ ਝਾੜੂ ਫੇਰਦੇ ਨਜ਼ਰ ਆ ਰਹੇ ਨੇ। ਜੀ ਜੀ। ਫਿਰ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ, ਜਿਸ ਵੀਡੀਓ ਤੋਂ ਤੁਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਉਹ ਵੀਡੀਓ ਦਿਖਾ ਕੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਪ੍ਰਧਾਨ ਮੰਤਰੀ ਜੀ, ਤੁਸੀਂ ਲਖਨਊ ਤੇ ਅੱਜ ਆਏ ਹੋ ਤੇ ਇੱਥੋਂ 100-125 ਕਿਲੋਮੀਟਰ ਜਿੱਥੇ ਆਹ ਘਟਨਾ ਹੋਈ ਆ, ਉਸ ਘਟਨਾ ਦਾ ਵੀ ਦੌਰਾ ਕਰੋ। ਯੂਪੀ ਤੋਂ ਇਹ ਚਾਰੋਂ ਵੱਡੇ ਲੀਡਰ, ਆਮ ਆਦਮੀ ਪਾਰਟੀ ਤੋਂ ਸੰਜੇ ਸਿੰਘ, ਕਾਂਗਰਸ ਤੋਂ ਪ੍ਰਿਯੰਕਾ ਗਾਂਧੀ, ਸਮਾਜਵਾਦੀ ਪਾਰਟੀ ਤੋਂ ਜਿਹੜੇ ਉਹਨਾਂ ਦੇ ਮੁਖੀ ਅਖਿਲੇਸ਼ ਯਾਦਵ ਨੇ ਉਹ, ਤੇ ਨਾਲ ਦੀ ਨਾਲ ਬਹੁਜਨ ਸਮਾਜ ਪਾਰਟੀ ਤੋਂ ਸਤੀਸ਼ ਚੰਦਰ ਮਿਸ਼ਰਾ ਜੀ ਜਿਹੜੇ ਆ ਉੱਥੇ ਆਪਣੀ ਆਪਣੀ ਜਗ੍ਹਾ ਤੇ ਫੜ ਲਏ ਗਏ ਜਾਂ ਨਜ਼ਰਬੰਦ ਕਰ ਦਿੱਤੇ ਗਏ, ਜਿਹਨੂੰ ਕਿ ਸਾਰੇ ਹੀ ਦੇਸ਼ ਦੇ ਵੱਖੋ ਵੱਖਰੇ ਦੇਸ਼ ਦੇ ਪਾਰਟੀਆਂ ਵੱਲੋਂ, ਲੀਡਰਾਂ ਵੱਲੋਂ ਨਿੰਦਾ ਕੀਤੀ ਗਈ, ਬਿਆਨ ਦਿੱਤੇ ਗਏ। ਲਗਭਗ ਸਾਰੇ ਹੀ ਮੁਲਕ ਦੇ ਜਿਹੜੇ ਹਾਲਾਤ ਨੇ, ਹੋ ਸਕਦਾ ਬਹੁਤੇ ਲੋਕਾਂ ਨੂੰ ਇਹ ਗੱਲ ਨਾ ਚੰਗੀ ਲੱਗੇ ਤੇ ਇਹ ਕਹਿਣ ਕਿ ਸ਼ਰਮਾ ਜੀ ਜ਼ਿਆਦਾ ਬੋਲ ਰਹੇ ਨੇ, ਪਰ ਜੋ ਹਾਲਾਤ ਨੇ ਉਹ ਪੂਰੇ ਦੇ ਪੂਰੇ ਹਿੰਸਾਤਮਕ ਹੋਏ ਨੇ। ਸਾਰੇ ਹੀ ਦੇਸ਼ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਤੇ ਗੁੱਸਾ ਹੈ। ਗੁੱਸਾ ਉਹਨਾਂ ਮੌਤਾਂ ਦਾ ਵੀ ਹੈ, ਗੁੱਸਾ ਕੁੱਟ-ਕੁੱਟ ਕੇ ਮਾਰੇ ਗਏ ਉਹਨਾਂ ਦੂਜੇ ਲੋਕਾਂ ਦਾ ਵੀ ਹੈ, ਤੇ ਗੁੱਸਾ ਇਸ ਗੱਲ ਦਾ ਵੀ ਹੈ ਕਿ ਜਿਹੜੀ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕ ਨੇ ਉਹ ਗ੍ਰਹਿ ਮੰਤਰੀ ਦੇ ਆਪਣੇ ਬੇਟੇ ਦੀ ਕਾਰ ਹੈ ਤੇ ਉਹਦੇ ਵਿੱਚ ਸ਼ਮੂਲੀਅਤ ਦੀ ਸਿੱਧੀ ਜਿਹੜੀ ਗੱਲ ਆ ਉਹ ਕੀਤੀ ਜਾ ਰਹੀ ਹੈ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਕਰ ਰਹੇ ਸੀ ਅਸੀਂ ਮੰਤਰੀਆਂ ਦੀ ਕਿ ਕਿਹੜਾ ਪਹੁੰਚਿਆ ਤੇ ਕਿਹੜਾ ਰਹਿ ਗਿਆ। ਇੱਕ ਮੰਤਰੀ ਨੇ 에ਅਰਪੋਰਟ ਤੇ ਧਰਨਾ ਲਾਇਆ ਹੋਇਆ। ਜੀ, ਉਹ ਮੰਤਰੀ ਨੇ ਜੀ, ਮੁੱਖ ਮੰਤਰੀ ਨੇ ਭੁਪੇਸ਼ ਬਘੇਲ ਉਹਨਾਂ ਦਾ ਨਾਮ ਆ, ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ। ਉਹ ਵੀ ਫਲਾਈਟ ਲੈ ਕੇ ਲਖਨਊ ਉਤਰ ਆਏ ਸੀ, ਪਰ ਲਖਨਊ ਤੋਂ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। 에ਅਰਪੋਰਟ ਤੇ ਹੀ ਬੈਠੇ ਨੇ, ਜਾਣਾ ਚਾਹੁੰਦੇ ਨੇ ਉਹ ਉੱਥੇ ਉਹਨਾਂ ਪੀੜਤ ਪਰਿਵਾਰਾਂ ਨੂੰ ਮਿਲਣਾ ਚਾਹੁੰਦੇ ਨੇ ਜਿਨ੍ਹਾਂ ਦੀ ਮੰਤਰੀ ਦੇ ਪੁੱਤਰ ਨੇ ਗੱਡੀ ਥੱਲੇ ਦਰੜ ਕੇ ਹੱਤਿਆ ਕਰ ਦਿੱਤੀ, ਜਿਨ੍ਹਾਂ ਨੇ ਉਹਨਾਂ ਦੀ ਕਾਰ ਸੀ ਤੇ ਰੌਲਾ ਪੂਰਾ ਪਿਆ ਹੋਇਆ, ਤੇ ਉਹ ਉੱਥੇ ਆਏ ਨੇ ਤੇ ਉਹਨਾਂ ਨੂੰ ਉੱਥੋਂ ਜਾਣ ਨਹੀਂ ਦਿੱਤਾ ਗਿਆ। ਇਸ ਦੇ ਨਾਲ ਦੀ ਨਾਲ ਜੇ ਮੈਂ ਗੱਲ ਕਰਾਂ ਤੇ ਯੂਪੀ ਦੇ ਵਿੱਚ ਕੱਲ ਹੀ ਸੈਕਟਰੀ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਉਹਨਾਂ ਦੇ ਹੁਕਮਾਂ ਨਾਲ ਇਹ ਕਹਿ ਦਿੱਤਾ ਗਿਆ ਕਿ ਧਾਰਾ 144 ਉੱਥੇ ਲਾਈ ਗਈ ਹੈ ਤੇ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਕੀਤਾ ਕਿ ਉੱਥੇ ਜਿਹੜਾ ਆ 144 ਤੇ ਲਾਈ ਹੈ, ਨਾਲ ਦੀ ਨਾਲ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ। ਇਹ ਪਹਿਲੀ ਵਾਰ ਨਹੀਂ ਆ, ਇਦਾਂ ਦੀਆਂ ਧਾਰਾਵਾਂ ਸਾਡੇ ਦੇਸ਼ ਦੇ ਵਿੱਚ ਅਕਸਰ ਲੱਗਦੀਆਂ ਰਹਿੰਦੀਆਂ, ਤੇ ਜਿੱਥੇ ਕਿਤੇ ਨਾ ਵੀ ਲੱਗੀਆਂ ਹੋਣ ਉੱਥੇ ਵੀ ਇਹ ਲਾਗੂ ਉਹਨਾਂ ਚੀਜ਼ਾਂ ਨੂੰ ਕਰ ਲੈਂਦੇ ਨੇ। ਸਾਨੂੰ ਯਾਦ ਆ ਕਿ ਪਿਛਲੇ ਸਾਲ ਜਦੋਂ ਕੋਵਿਡ ਦਾ ਦੌਰ ਨਹੀਂ ਸੀ, 370 ਧਾਰਾ ਨੂੰ ਤੋੜ ਕੇ ਜਦੋਂ ਜੰਮੂ ਕਸ਼ਮੀਰ ਦੀ ਸਟੇਟ ਨੂੰ ਖਤਮ ਕਰਕੇ ਉਹਦੀ 2-3 ਹਿੱਸੇ ਕਰ ਦਿੱਤੇ ਗਏ ਸੀ, ਜੰਮੂ ਵੱਖਰਾ, ਸ਼੍ਰੀਨਗਰ ਵੱਖਰਾ ਤੇ ਲੇਹ ਲੱਦਾਖ ਦਾ ਜਿਹੜਾ ਏਰੀਆ ਸੀ ਉਹਨੂੰ ਵੱਖਰਾ ਕਰ ਦਿੱਤਾ ਗਿਆ ਸੀ ਤੇ ਇਹਨਾਂ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ ਸੀ। ਤੇ ਉਦੋਂ ਵੀ ਜਦੋਂ ਬੀਜੇਪੀ ਤੋਂ ਛੁੱਟ ਬਾਕੀ ਲੋਕਾਂ ਨੇ ਜੰਮੂ ਕਸ਼ਮੀਰ ਜਾਣ ਦੀ ਗੱਲ ਕੀਤੀ ਸੀ ਤੇ ਉਹਨਾਂ ਨੂੰ ਰਸਤੇ 'ਚੋਂ ਫੜ ਲਿਆ ਗਿਆ ਤੇ ਕਿਸੇ ਨੂੰ ਜਾਣ ਨਹੀਂ ਦਿੱਤਾ ਗਿਆ ਤੇ ਕਿਸੇ ਨੂੰ 에ਅਰਪੋਰਟ ਤੋਂ ਵਾਪਸ ਭੇਜ ਦਿੱਤਾ ਗਿਆ ਸੀ। ਤੇ ਉੱਥੇ ਬਹੁਤ ਲੰਬਾ ਸਮਾਂ ਜਿਹੜਾ ਆ ਇੰਟਰਨੈਟ ਤੇ ਬਾਕੀ ਸੇਵਾਵਾਂ ਜਿਹੜੀਆਂ ਉਹ ਬੰਦ ਰੱਖੀਆਂ ਗਈਆਂ। ਤੇ ਫਿਰ ਜਦੋਂ ਸਰਕਾਰ ਨੇ ਅੰਤਰਰਾਸ਼ਟਰੀ ਤੌਰ ਤੇ ਕੁਝ ਲੋਕਾਂ ਨੂੰ ਇਹ ਸਾਰਾ ਕੁਝ ਦਿਖਾਉਣਾ ਸੀ ਤੇ ਉਦੋਂ ਫਿਰ ਯੂਰਪੀਅਨ ਯੂਨੀਅਨ ਤੋਂ ਆਏ ਹੋਏ, ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਆਏ ਹੋਏ ਪ੍ਰਤੀਨਿਧੀਆਂ ਨੂੰ ਲੈ ਕੇ ਸਰਕਾਰ ਆਪ ਇਹ ਸਾਰੀਆਂ ਚੀਜ਼ਾਂ ਸਮੇਤ ਮੰਤਰੀ ਸੰਤਰੀ ਗਵਰਨਰ ਉੱਥੇ ਦਿਖਾਉਂਦੇ ਫਿਰਦੇ ਸੀ ਕਿ ਇੱਥੇ ਸਾਰਾ ਕੁਝ ਜਿਹੜਾ ਆ ਉਹ ਠੀਕ ਆ। ਜੇ ਜੰਮੂ ਕਸ਼ਮੀਰ ਦੀ ਠੀਕ ਸਥਿਤੀ ਬਾਰੇ ਪੁੱਛਣਾ ਤੁਸੀਂ ਕਿਸੇ ਵੀ ਕਸ਼ਮੀਰੀ ਨੂੰ, ਕਿਸੇ ਵੀ ਜੰਮੂ ਵਾਲੇ ਲੋਕ ਨੂੰ ਪੁੱਛ ਲਓ ਕਿ ਉੱਥੇ ਹਾਲਾਤ ਜਿਹੜੇ ਨੇ ਉਹ ਕਿਹੋ ਜਿਹੇ ਨੇ। ਸੋ ਬਿਲਕੁਲ ਇਸੇ ਤਰੀਕੇ ਦੇ ਨਾਲ ਕੱਲ ਕਿਸੇ ਵੀ ਬੰਦੇ ਦੇ ਉੱਤਰ ਪ੍ਰਦੇਸ਼ ਆਉਣ ਦੇ ਉੱਤੇ ਜਿਹੜੀ ਆ ਪਾਬੰਦੀ ਲਾ ਦਿੱਤੀ ਗਈ, ਚਾਹੇ ਉਹ ਭੁਪੇਸ਼ ਬਘੇਲ ਹੋਣ, ਚਾਹੇ ਉਹ ਚਰਨਜੀਤ ਚੰਨੀ ਹੋਣ, ਚਾਹੇ ਉਹ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਹੋਣ ਤੇ ਉਹਨਾਂ ਦੇ ਨਾਲ 3-4 ਹੋਰ MLAs ਸੀ। ਤੇ ਸਾਰੇ ਹੀ ਦੇਸ਼ ਦੇ ਲੀਡਰ ਚਾਹੁੰਦੇ ਨੇ ਕਿ ਉੱਥੇ ਜਾਇਆ ਜਾਵੇ ਤੇ ਹਾਲਾਤ ਦੇਖੇ ਜਾਣ, ਲੋਕਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਜਾਵੇ, ਭਾਵੇਂ ਕਿ ਉਹਦਾ ਮਕਸਦ ਜਿਹੜਾ ਆ ਮੂਲ ਰੂਪ ਦੇ ਵਿੱਚ ਰਾਜਨੀਤੀ ਕਰਨਾ ਹੀ ਹੈ।
ਤੁਸੀਂ ਗੱਲ ਜੰਮੂ ਕਸ਼ਮੀਰ ਦੀ ਕਰ ਰਹੇ ਆ ਤੇ ਜੰਮੂ ਕਸ਼ਮੀਰ ਦੇ ਨੇਤਾਵਾਂ ਨੇ ਵੀ ਬੜੇ ਮੋਟੇ ਹੱਥੀ ਲਿਆ ਆ। ਬਿਲਕੁਲ, ਮਹਿਬੂਬਾ ਮੁਫਤੀ ਤੇ ਉਹ ਫਾਰੂਕ ਅਬਦੁੱਲਾ ਜਿਹੜੇ ਉੱਥੋਂ ਦੇ ਸਾਬਕਾ ਮੁੱਖ ਮੰਤਰੀ ਨੇ, ਉਹਨਾਂ ਨੇ ਕਿਹਾ ਕਿ ਯੂਪੀ ਇਜ਼ ਦਾ ਨਿਊ J&K ਆਫ ਇੰਡੀਆ, ਕਿ ਉੱਤਰ ਪ੍ਰਦੇਸ਼ ਜਿਹੜਾ ਆ ਉਹ ਭਾਰਤ ਦਾ ਨਵਾਂ ਜੰਮੂ ਕਸ਼ਮੀਰ ਆ ਜੀ। ਉਹਦੀ ਵਜ੍ਹਾ ਉਹਨਾਂ ਨੇ ਉਸ ਹਿੰਸਾ ਨੂੰ ਵੀ ਲਿਆ ਤੇ ਇੰਟਰਨੈਟ ਨੂੰ ਬੰਦ ਕਰਨ ਨੂੰ ਵੀ ਲਿਆ ਤੇ ਨਾਲ ਦੀ ਨਾਲ ਇਸ ਗੱਲ ਤੋਂ ਵੀ ਲਿਆ ਕਿ ਕੋਈ ਵੀ ਭਾਰਤੀ ਉੱਥੇ ਜਾਣ ਦੀ ਜਿਹੜੀ ਆ ਉਹ ਮਨਾਹੀ ਕਰ ਦਿੱਤੀ ਗਈ। ਸੋ ਲਾਅ ਐਂਡ ਆਰਡਰ ਨੂੰ ਲੈ ਕੇ ਸਰਕਾਰ ਫਿਰ 144 ਲਾ ਦਿੰਦੀ ਆ ਤੇ ਹੋਰ ਬਹੁਤ ਸਾਰੀਆਂ ਘਟਨਾਵਾਂ ਨੂੰ ਜਿਹੜਾ ਜਨਮ ਦਿੰਦੀ ਆ। ਪਰ ਕੁੱਲ ਮਿਲਾ ਕੇ ਜਿਹੜੀਆਂ ਘਟਨਾਵਾਂ ਨੇ ਉਹ ਬਹੁਤ ਨਾਗਵਾਰ ਨੇ, ਬਹੁਤ ਮਾੜੀਆਂ ਨੇ, ਲੋਕਤੰਤਰ ਲਈ ਵੀ ਮਾੜੀਆਂ ਨੇ। ਹਿੰਸਾ ਦੀ ਤਾਂ ਸਾਡੇ ਸੱਭਿਅਕ ਸਮਾਜ ਦੇ ਵਿੱਚ ਕੋਈ ਜਗ੍ਹਾ ਹੀ ਨਹੀਂ ਹੈ। ਮਹਿਬੂਬਾ ਮੁਫਤੀ ਨੇ ਤੇ ਇਹ ਵੀ ਕਹਿਤਾ ਵੀ ਜਿੱਥੇ ਮਨੁੱਖੀ ਅਧਿਕਾਰ ਦੀ ਗੱਲ ਹੁੰਦੀ ਹੈ ਮੋਦੀ ਸਰਕਾਰ ਉੱਥੇ 144 ਧਾਰਾ ਲਾ ਦਿੰਦੀ ਹੈ। 144 ਤੋਂ ਵੀ ਅੱਗੇ ਜਾ ਕੇ UAPA ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਐਕਟ ਜਿਹੜੇ ਸੁਪਰੀਮ ਕੋਰਟ ਜਿਹੜੇ ਕਾਨੂੰਨਾਂ ਨੂੰ ਬੰਦ ਕਰ ਚੁੱਕੀ ਆ, ਉਹ ਵਾਲੀਆਂ ਧਾਰਾਵਾਂ ਵੀ ਇਹ ਹੁਣ ਤੱਕ ਲਾਉਂਦੇ ਰਹੇ ਨੇ। ਤੇ ਦੇਖੋ ਪ੍ਰਿਯੰਕਾ ਗਾਂਧੀ ਦੀਆਂ ਉਹ ਵੀਡੀਓਜ਼ ਆਈਆਂ ਜਿਹਦੇ ਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪੁਲਿਸ ਜਿਹੜੀ ਆ ਉਹਨਾਂ ਨਾਲ ਧੱਕਾ ਮੁੱਕੀ ਕਰ ਰਹੀ ਹੈ। ਕੋਈ ਲੋਕ ਤੇ ਬਾਹਰਲੇ ਹੋਣਗੇ, ਉਹ ਤਾਂ ਯੂਪੀ ਦੇ ਵਸਿੰਦੇ ਨੇ, ਯੂਪੀ ਦੇ ਰਹਿਣ ਵਾਲੇ ਨੇ, ਉੱਥੋਂ ਦੇ ਲੀਡਰ ਨੇ, ਉੱਥੋਂ ਦੀ ਜਿਹੜੀ ਇੱਕ ਵੱਡੀ ਪਾਰਟੀ ਆ ਉਹਦੇ ਉਹ ਮੁਖੀ ਨੇ, ਉਸ ਪਾਰਟੀ ਨੂੰ ਲੀਡ ਕਰਦੇ ਨੇ, ਉੱਥੋਂ ਇੰਚਾਰਜ ਨੇ। ਤੇ ਨਾਲ ਦੀ ਨਾਲ ਉਹਨਾਂ ਨੂੰ ਪਿਛਲੇ 24 26 27 ਘੰਟੇ ਤੋਂ ਇੱਕ ਰੈਸਟ ਹਾਊਸ ਦੇ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਸੀ। ਪੰਜਾਬੀ ਲੋਕ ਇਹ ਨਜ਼ਰਬੰਦ ਨੂੰ ਤੇ ਅੰਦਰ ਡੱਕੇ ਰੱਖਣ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ, ਜੰਮੂ ਕਸ਼ਮੀਰ ਵਾਲੇ ਵੀ ਸਮਝਦੇ ਨੇ। ਪੰਜਾਬ ਲਈ ਹਾਲਾਂਕਿ ਥੋੜੀ ਜਿਹੀ ਗੱਲ ਪੁਰਾਣੀ ਹੋ ਗਈ, 30 35 ਸਾਲ 40 ਸਾਲ ਪੁਰਾਣੀ ਗੱਲ ਹੋ ਗਈ। ਪਹਿਲਾਂ ਅਕਸਰ ਹੀ ਇੱਥੇ ਜਿਹੜੇ ਆਗੂ ਆ ਉਹ ਨਜ਼ਰਬੰਦ ਹੁੰਦੇ ਸੀ, ਗਵਰਨਰ ਦਾ ਰਾਜ ਹੁੰਦਾ ਸੀ ਤੇ ਉੱਪਰੋਂ ਪਤਾ ਨਹੀਂ ਕਿਹੜਾ ਹੁਕਮ ਆ ਜਾਂਦਾ ਸੀ ਤੇ ਕਿਹਨੂੰ ਨਜ਼ਰਬੰਦ ਕਰ ਲਿਆ ਜਾਂਦਾ ਸੀ, ਕਦੋਂ ਛੱਡਿਆ ਜਾਣਾ ਸੀ, ਕੁਝ ਨਹੀਂ ਸੀ ਪਤਾ ਹੁੰਦਾ। ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਦਾ ਹੈਲੀਕਾਪਟਰ ਪੁੰਜੇ ਲਾਉਣ ਦੀ ਇਹਨਾਂ ਨੇ ਆਗਿਆ ਨਹੀਂ ਦਿੱਤੀ ਯੂਪੀ ਸਰਕਾਰ ਨੇ, ਉਹ ਹੁਣ ਇਸ ਘਟਨਾ ਨੂੰ ਜਲਿਆਂਵਾਲੇ ਬਾਗ ਦੀ ਘਟਨਾ ਦੇ ਨਾਲ ਕੰਪੇਅਰ ਕਰ ਰਹੇ ਨੇ। ਦੇਖੋ, ਜਲਿਆਂਵਾਲੇ ਬਾਗ ਦੀ ਘਟਨਾ ਨਾਲ ਕੰਪੇਅਰ, ਫਿਰ ਉਹੀ ਗੱਲ ਸਵਲੀਨ ਜੀ, ਹਿੰਸਾ ਦੀ ਗੱਲ ਹੈ। ਜਲਿਆਂਵਾਲੇ ਬਾਗ ਦੀ ਘਟਨਾ ਨਾਲ ਇਹਨੂੰ ਕੰਪੇਅਰ ਨਹੀਂ ਕੀਤਾ ਜਾਣਾ ਚਾਹੀਦਾ, ਇਹ ਉਸ ਤੋਂ ਵੱਡੀ ਘਟਨਾ ਆ। ਜਲਿਆਂਵਾਲੇ ਬਾਗ ਦੇ ਵਿੱਚ ਜਿਹੜੀ ਘਟਨਾ ਹੋਈ, ਉੱਥੇ ਜਿਹੜੀ ਸਿਆਸਤ ਸੀ, ਜਿਹੜੀ ਸ਼ਾਸਨ ਸੀ, ਉਹ ਬਾਹਰਲੇ ਦੇਸ਼ ਦਾ ਸੀ। ਇੱਥੇ ਤੇ ਆਪਣੇ ਦੇਸ਼ ਦੀ ਸਰਕਾਰ ਆ। ਉੱਥੇ ਤੇ ਪੁਲਿਸ ਜਿਹੜੀ ਸੀ ਅੰਗਰੇਜ਼ਾਂ ਦੀ ਸੀ ਤੇ ਲੋਕ ਹਿੰਦੁਸਤਾਨ ਦੇ ਸੀ। ਇੱਥੇ ਤਾਂ ਪੁਲਿਸ ਵੀ ਹਿੰਦੁਸਤਾਨ ਦੀ ਆ, ਲੋਕ ਵੀ ਹਿੰਦੁਸਤਾਨ ਦੇ ਆ ਤੇ ਕਾਰਵਾਈ ਕਰਨ ਵਾਲੀ ਪੁਲਿਸ ਨਹੀਂ ਹੈਗੀ, ਉਹ ਤੇ ਮੰਤਰੀ ਆਪ ਨੇ। 2 ਦਿਨ ਪਹਿਲਾਂ ਉਹ ਇਹ ਬਿਆਨ ਦਿੰਦੇ ਨੇ। ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਹਾਈ ਕੋਰਟ, ਅਸੀਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ, ਪਰ ਕੀ ਖੱਟੜ ਦੇ ਬਿਆਨਾਂ ਤੇ, ਕੀ ਉਸ ਅਜੇ ਮਿਸ਼ਰਾ ਦੇ ਬਿਆਨਾਂ ਦੇ ਉੱਤੇ, ਉਹਨਾਂ ਦੇ ਉੱਤੇ ਪਰਚੇ ਦਰਜ ਹੋ ਜਾਣੇ ਚਾਹੀਦੇ ਸੀ ਹੁਣ ਤੱਕ। ਸੂ ਮੋਟੋ ਲਿਆ ਜਾਣਾ ਚਾਹੀਦਾ, ਉਹਦੇ ਲਈ ਕਿਸ ਚੀਜ਼ ਦੀ ਉਡੀਕ ਕਰਦੇ ਨੇ? ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਦੇਖਿਆ ਜਾਣਾ ਬਣਦਾ। ਪਰ ਲੋਕਤੰਤਰ ਨੂੰ ਇਹ ਜਿਹੜੀ ਸੱਤਾ ਧਿਰ ਆ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਲਤਾੜ ਰਹੀ ਆ। ਗੱਲ ਸਿਰਫ 4 ਮੌਤਾਂ ਦੀ ਜਾਂ 8 ਮੌਤਾਂ ਦੀ ਨਹੀਂ, ਗੱਲ ਤੇ ਕਾਨੂੰਨ ਦੇ, ਨਿਆਂ ਦੇ ਰਾਜ ਦੀ ਆ। ਉਹ ਜਿਹੜਾ ਰਾਜ ਆ ਉਹਦਾ ਬੁਰੇ ਤਰੀਕੇ ਦੇ ਨਾਲ ਜਿਹੜੇ ਉਹਦੇ ਕਾਨੂੰਨ ਨੇ ਉਹਨਾਂ ਨੂੰ ਆਪਣੀ ਮਰਜ਼ੀ ਦੇ ਨਾਲ ਤੋੜਿਆ ਮਰੋੜਿਆ ਜਾ ਰਿਹਾ, ਜਿਹਦੇ ਨਾਲ ਫਿਰ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਆ ਉਹ ਵਾਪਰਦੀਆਂ। ਹੁਣ ਇਹ 100 ਕੁਝ ਧਾਰਾਵਾਂ ਦੱਸੀਆਂ ਗਈਆਂ ਕਿ 151 ਦੇ ਨਾਲ 1-2 ਧਾਰਾਵਾਂ ਹੋਰ ਲਾ ਕੇ ਪ੍ਰਿਯੰਕਾ ਗਾਂਧੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਤੇ ਉਹ ਕੱਲ ਦੇ ਹੀ ਕੀਤੇ ਹੋਏ ਨੇ, ਅਲਬੱਤਾ ਕਿ ਇੱਕ FIR ਦਰਜ ਕਰਕੇ ਤੇ ਉਹ ਜਿਹੜੇ ਸਮਾਂ ਸੀ ਬੀਤ ਗਿਆ 24 25 26 ਘੰਟੇ, ਤੇ ਹੁਣ ਉਹਨਾਂ ਨੂੰ ਸਹੀ ਤਰੀਕੇ ਨਾਲ ਗ੍ਰਿਫਤਾਰ ਕਰ ਲਿਆ ਗਿਆ। ਹੁਣ ਉਹਨਾਂ ਤੇ ਡਿਪੈਂਡ ਕਰਦਾ ਕਿ ਉਹ ਗ੍ਰਿਫਤਾਰੀ ਲਈ ਜ਼ਮਾਨਤ ਕਰਾਉਂਦੇ ਨੇ ਜਾਂ ਫਿਰ ਜੇਕਰ ਉਹ ਕੁਝ ਸਮਾਂ ਜ਼ਮਾਨਤ ਨਹੀਂ ਕਰਾਉਂਦੇ ਫਿਰ ਇਹਨਾਂ ਨੇ ਛਿੱਥੇ ਹੋ ਕੇ ਆਪ ਹੀ ਛੱਡ ਵੀ ਦੇਣਾ ਮੁੜ ਕੇ। ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਅਸੀਂ ਬੀਤੇ ਦੇ ਵਿੱਚ ਦੇਖੀਆਂ। ਇਹ ਤੇ ਅਸੀਂ ਗੱਲ ਕਰ ਰਹੇ ਹਾਂ ਯੂਪੀ ਦੇ ਲਖੀਮਪੁਰ ਦੇ ਵਿੱਚ ਜਿਹੜੀ ਹਿੰਸਕ ਘਟਨਾ ਵਾਪਰੀ, ਤੇ ਸਿਰਸਾ ਦੇ ਵਿੱਚ ਕਿਸਾਨਾਂ ਦੀ ਤੇ ਪੁਲਿਸ ਦੀ ਝੜਪ ਕਿਹੜੀ ਗੱਲੋਂ ਹੋ ਰਹੀ ਹੈ? ਦੇਖੋ, ਜਦੋਂ ਅਸੀਂ ਇਸ ਘਟਨਾ ਨੂੰ ਦੇਖਦੇ ਹਾਂ ਤੇ ਉੱਥੇ ਕੱਲ ਇੱਕ ਹੋਰ ਬਹੁਤ ਨਵਾਂ ਇੱਕ ਸ਼ਬਦ ਜਿਹੜਾ ਆ ਇਜਾਦ ਹੋਇਆ। ਅਸੀਂ ਸੈਰ ਸਪਾਟਾ ਸ਼ਬਦ ਯੂਜ਼ ਕਰਦੇ ਹਾਂ ਜਾਂ ਅਸੀਂ ਉਹਨੂੰ ਪਰਯਟਨ ਕਹਿੰਦੇ ਹਾਂ ਹਿੰਦੀ ਦੇ ਵਿੱਚ, ਤੇ ਅੰਗਰੇਜ਼ੀ ਦੇ ਵਿੱਚ ਅਸੀਂ ਉਹਨੂੰ ਟੂਰਿਜ਼ਮ ਕਹਿੰਦੇ ਹਾਂ। ਭਾਰਤ ਨੂੰ ਅਸੀਂ ਟੂਰਿਜ਼ਮ ਦੇ ਤੌਰ ਤੇ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ। ਰਿਲੀਜੀਅਸ ਟੂਰਿਜ਼ਮ ਦੇਖਦੇ ਹਾਂ ਕਿ ਲੋਕ ਭਗਤੀ ਭਾਵ ਦੇ ਨਾਲ ਆਪਣੇ ਪਰਮਾਤਮਾ ਦੇ ਮੰਦਿਰਾਂ ਦੇ, ਗੁਰਦੁਆਰਿਆਂ ਦੇ ਦਰਸ਼ਨ ਕਰਨ ਆਉਂਦੇ ਨੇ। ਮੈਡੀਕਲ ਟੂਰਿਜ਼ਮ ਅਸੀਂ ਦੇਖਦੇ ਸੀਗੇ ਕਿ ਇਲਾਜ ਦੁਨੀਆ ਦੇ ਵਿੱਚ ਭਾਰਤ 'ਚ ਸਸਤਾ ਹੈ ਤੇ ਲੋਕ ਮੈਡੀਕਲ ਟੂਰਿਜ਼ਮ ਲਈ ਆਉਂਦੇ ਨੇ। ਯੂਪੀ ਸਰਕਾਰ ਨੇ ਜਦੋਂ ਚੰਨੀ ਸਾਹਿਬ ਨੇ ਜਾਣਕਾਰੀ ਮੰਗੀ, ਉੱਥੇ ਆਉਣ ਲਈ ਇਜਾਜ਼ਤ ਮੰਗੀ, ਤੇ ਇਹਨਾਂ ਨੇ ਕਿਹਾ ਕਿ ਇਹ ਪੋਲੀਟੀਕਲ ਟੂਰਿਜ਼ਮ ਆ। ਇੱਕ ਨਵੀਂ ਵਿਆਖਿਆ ਦਿੱਤੀ ਗਈ ਕਿ ਜੇਕਰ ਦੇਸ਼ ਦਾ ਕੋਈ ਨਾਗਰਿਕ, ਦੇਸ਼ ਦੇ ਕੋਈ ਸੰਵਿਧਾਨਕ ਅਹੁਦੇ ਤੇ ਨਾਲ ਦੀ ਸਟੇਟ ਦੇ ਵਿੱਚ ਮੁੱਖ ਮੰਤਰੀ ਵਰਗਾ ਬੰਦਾ, ਜਿੱਥੇ ਕੋਈ ਘਟਨਾ ਹੋਈ ਹੈ ਉੱਥੇ ਲੋਕਾਂ ਨੂੰ ਮਿਲਣਾ ਚਾਹੁੰਦਾ, ਮਿਲਣ ਦੀ ਵਜ੍ਹਾ ਵੀ ਇਹ ਆ ਕਿ ਉਹ ਪੰਜਾਬੀ ਭਾਈਚਾਰੇ ਦੇ ਲੋਕ ਨੇ। ਜਿਹੜੇ ਮਾਰੇ ਗਏ ਲੋਕ ਨੇ ਜਾਂ ਜ਼ਖਮੀ ਹੋਏ ਲੋਕ ਨੇ ਉਹ ਪੰਜਾਬੀ ਭਾਈਚਾਰੇ ਦੇ ਲੋਕ ਨੇ, ਜਿਹੜੇ ਯੂਪੀ ਦੇ ਇਸ ਖੇਤਰ ਦੇ ਵਿੱਚ ਰਹਿੰਦੇ ਨੇ, ਵੱਡੀਆਂ ਜ਼ਮੀਨਾਂ ਨੇ, ਖੇਤੀ ਕਰਦੇ ਨੇ। ਉਹਨਾਂ ਨੂੰ ਜੇ ਕੋਈ ਮੁੱਖ ਮੰਤਰੀ ਜਾਣਾ ਚਾਹੁੰਦਾ ਮਿਲਣ ਲਈ ਤੇ ਉਹਨੂੰ ਕਿਹਾ ਗਿਆ ਕਿ ਇਹ ਪੋਲੀਟੀਕਲ ਟੂਰਿਜ਼ਮ ਆ।
ਤੇ ਫਿਰ ਜਿਹੜੀ ਹਿੰਸਾ ਤੁਹਾਡੀ ਸਰਕਾਰ ਦੇ ਉੱਚੇ ਅਹੁਦਿਆਂ ਤੇ ਬੈਠੇ ਲੋਕ ਕਰ ਰਹੇ ਨੇ ਉਹਨੂੰ ਕਿਹੜਾ ਟੂਰਿਜ਼ਮ ਕਹੋਗੇ? ਉਹ ਹਿੰਸਾ ਦਾ ਟੂਰਿਜ਼ਮ ਕੋਈ ਤੁਸੀਂ ਆਪਣੇ ਲਈ ਵੀ ਕੋਈ ਨਾਮ ਨਵਾਂ ਲੱਖ ਰਹੋ, ਦੁਨੀਆ ਨੂੰ ਤਾਂ ਤੁਸੀਂ ਦੱਸ ਰਹੇ ਹੋ ਸਾਰਾ ਦੂਜਿਆਂ ਨੂੰ ਹੀ ਨਵੇਂ ਵਰਡ ਇਜਾਦ ਕਰਕੇ ਦਿੰਦੇ ਨੇ, ਕਦੇ ਪਰਜੀਵੀ ਤੇ ਕਦੇ ਪੋਲੀਟੀਕਲ ਟੂਰਿਜ਼ਮ। ਆਪਣੇ ਲਈ ਉਹਨਾਂ ਲਈ ਕੋਈ ਵਰਡ ਨਹੀਂ। ਬਿਲਕੁਲ ਇੱਕ ਮਤਲਬ ਸ਼ਰਮਨਾਕ ਗੱਲ ਹੈ ਕਿ ਜੇਕਰ ਕੋਈ ਬੰਦਾ ਉੱਥੇ ਜਾਣਾ ਚਾਹੁੰਦਾ, ਮੈਂ ਇਸ ਗੱਲ ਤੋਂ ਬਿਲਕੁਲ ਕਤਈ ਇਨਕਾਰ ਨਹੀਂ ਕਰਦਾ ਕਿ ਜਿਹੜੇ ਵੀ ਲੀਡਰ ਉੱਥੇ ਜਾਣਾ ਚਾਹੁੰਦੇ ਨੇ ਉਹਨਾਂ ਦਾ ਮਕਸਦ ਕਿਤੇ ਨਾ ਕਿਤੇ ਥੋੜੀ ਜਾਂ ਬਹੁਤ ਰਾਜਨੀਤੀ ਜ਼ਰੂਰ ਹੈ, ਪਰ ਘਟਨਾ ਤਾਂ ਹੋਈ ਹੈ ਨਾ, ਮੌਤ ਤਾਂ ਉੱਥੇ ਹੋਈ ਹੈ ਨਾ। ਤੇ ਜੇਕਰ ਕੋਈ ਬੰਦਾ ਉਹਨਾਂ ਨੂੰ ਜਾ ਕੇ ਮਿਲਣਾ ਚਾਹੁੰਦਾ, ਉਹਨਾਂ ਨਾਲ ਕੋਈ ਗੱਲ ਕਰਨਾ ਚਾਹੁੰਦਾ, ਤਾਂ ਉਹਦੇ ਨਾਲ ਲਾਅ ਐਂਡ ਆਰਡਰ ਦਾ ਕਿਹੜਾ ਖਰਾਬੀ ਹੋ ਜੂ? ਲਾਅ ਐਂਡ ਆਰਡਰ ਜਦੋਂ ਖਰਾਬ ਹੋਇਆ ਉਦੋਂ ਤੁਹਾਡੀ ਉਸੇ ਜਗ੍ਹਾ ਦੇ ਉੱਤੇ 500 ਤੋਂ ਜ਼ਿਆਦਾ ਪੁਲਿਸ ਲੱਗੀ ਹੋਈ ਸੀ ਜਦੋਂ ਇਹ ਘਟਨਾ ਹੋਈ। ਨਾ ਤੇ ਉਹਨੇ ਉਸ ਜੀਪ ਵਾਲਿਆਂ ਨੂੰ ਕਿਸੇ ਨੇ ਫੜਿਆ ਤੇ ਨਾ ਹੀ ਬਾਅਦ ਵਿੱਚ ਉਹਨਾਂ ਨੂੰ ਜਿਨ੍ਹਾਂ ਨੇ ਉਹ ਘਟਨਾ ਕੀਤੀ ਹੈ ਉਹਨੂੰ ਫੜਿਆ। ਇਹ ਯੂਪੀ ਸਰਕਾਰ ਦੀ ਫਿਤਰਤ ਹੈ। ਜਦੋਂ ਹਾਥਰਸ ਗੈਂਗਰੇਪ ਹੋਇਆ ਸੀ, ਯਾਦ ਕਰੋ, ਉਦੋਂ ਵੀ ਉਸ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ ਇਹ ਦਿੰਦੇ, ਨਾ ਕੋਈ ਪੱਤਰਕਾਰ ਨੂੰ, ਨਾ ਕਿਸੇ ਪੋਲੀਟੀਕਲ ਪਰਸਨੈਲਿਟੀ ਨੂੰ ਜਾਣ ਦਿੰਦੇ ਸੀ। ਉਦੋਂ ਵੀ ਇਹਨਾਂ ਨੇ ਇਹੀ ਕੁਝ ਹੀ ਕੀਤਾ ਸੀ। ਬਿਲਕੁਲ। ਹੁਣ ਅਸੀਂ ਗੱਲ ਕਰਦੇ ਹਾਂ ਇਸੇ ਹੀ ਘਟਨਾ ਦੀ ਜਿਹੜੀ ਬੈਕਗਰਾਉਂਡ ਆ ਉਹ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਆ। ਕਿਸਾਨਾਂ ਨੇ ਫੈਸਲਾ ਕੀਤਾ ਹੋਇਆ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਬੀਜੇਪੀ ਦਾ ਵਿਰੋਧ ਜਿਹੜਾ ਉਹ ਹੋਵੇਗਾ ਜਦ ਤੱਕ ਇਹ ਕਾਨੂੰਨ ਜਿਹੜੇ ਆ ਉਹ ਹੱਲ ਨਹੀਂ ਹੁੰਦੇ। ਝੋਨੇ ਦੀ ਖਰੀਦ ਨੂੰ ਲੈ ਕੇ ਅਸੀਂ ਕੱਲ ਲੰਬੀ ਚੌੜੀ ਗੱਲਬਾਤ ਕੀਤੀ, ਪ੍ਰੋਗਰਾਮ ਵੀ ਕੀਤਾ, ਤੇ ਝੋਨੇ ਦੀ ਖਰੀਦ ਜਿਹੜੀ ਆ ਕੁਰੂਕਸ਼ੇਤਰ ਦੇ ਵਿੱਚ ਹਾਲੇ ਤੱਕ ਵੀ ਸ਼ੁਰੂ ਨਹੀਂ ਹੋਈ ਤੇ ਉੱਥੇ ਵੀ ਜਿਹੜਾ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਆ ਉਹ ਬੰਦ ਆ। ਨਾਲ ਦੀ ਨਾਲ ਅਸੀਂ ਸਿਰਸਾ ਦੀ ਅੱਜ ਦੀ ਖਬਰ ਚੱਲਦੀ ਪਈ ਸੀ ਕਿ ਸਿਰਸਾ ਦੇ ਵਿੱਚ ਕਿਸਾਨ ਇਕੱਠੇ ਹੋਏ ਸੀ ਲਖੀਮਪੁਰ ਵਾਲੀ ਘਟਨਾ ਨੂੰ ਲੈ ਕੇ। ਡੀਸੀ ਨੂੰ ਉਹਨਾਂ ਨੇ ਮੈਮੋਰੈਂਡਮ ਦੇਣਾ ਸੀ, ਡੀਸੀ ਸਾਹਿਬ ਸ਼ਾਇਦ ਬਾਹਰ ਨਹੀਂ ਆਏ ਜਾਂ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਉੱਥੇ ਵੀ ਇੱਕ ਜਿਹੜੀ ਆ ਪੁਲਿਸ ਦੀ ਤੇ ਲੋਕਾਂ ਦੀ ਝੜਪ ਹੋਈ ਤੇ ਫਿਰ ਉੱਥੇ ਜਿਹੜੀ ਰੈਪਿਡ ਐਕਸ਼ਨ ਫੋਰਸ ਆ ਜਾਂ CRPF ਜਾਂ ਕੋਈ ਹੋਰ ਜਿਹੜੀ ਸੁਰੱਖਿਆ ਟੁਕੜੀ ਆ ਉਹਦੀ ਤੈਨਾਤੀ ਕਰ ਦਿੱਤੀ ਗਈ। ਸੋ ਮਸਲਾ ਜਿਹੜਾ ਆ ਸਾਰੇ ਮੁਲਕ ਦੇ ਵਿੱਚ ਸਰਕਾਰ ਬਨਾਮ ਕਿਸਾਨ ਬਣਦਾ ਜਾ ਰਿਹਾ। ਇਹ ਸਰਕਾਰ ਇਸ ਚੀਜ਼ ਨੂੰ ਬਹੁਤ ਹਲਕੇ ਨਾਲ ਦੇਖ ਰਹੀ ਹੈ। ਹਾਲੇ ਵੀ ਇਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਚਾਹੇ ਉਹ ਕਰਨਾਲ ਦੀ ਘਟਨਾ ਹੋਵੇ, ਚਾਹੇ ਉਹ ਹੁਸ਼ਿਆਰਪੁਰ ਦੇ ਵਿੱਚ ਗੋਹੇ ਵਾਲੀ ਟਰਾਲੀ ਦੀ ਘਟਨਾ ਹੋਵੇ, ਚਾਹੇ ਇਹ ਲਖੀਮਪੁਰ ਖੀਰੀ ਦੀ ਘਟਨਾ ਹੋਵੇ, ਚਾਹੇ ਇਹ ਕੁਰੂਕਸ਼ੇਤਰ ਦੀ ਘਟਨਾ ਹੋਵੇ, ਚਾਹੇ ਉਹ 26 ਜਨਵਰੀ ਵਾਲੀ ਘਟਨਾ ਹੋਵੇ, ਚਾਹੇ ਉਹ ਬੰਗਾਲ ਦੀਆਂ ਇਲੈਕਸ਼ਨ ਨੂੰ ਤੁਸੀਂ ਲੈ ਲਓ। ਸਰਕਾਰ ਇਸ ਅੰਦੋਲਨ ਨੂੰ ਬਹੁਤ ਲਾਈਟਲੀ ਦੇਖ ਰਹੀ ਹੈ ਤੇ ਸਰਕਾਰ ਨੇ ਜਿਹੜਾ ਇਸ ਅੰਦੋਲਨ ਨੂੰ ਦਬਾਉਣ ਦਾ ਜਿਹੜਾ ਤਰੀਕਾ ਬਣਾਇਆ ਉਹ ਬਹੁਤ ਗਲਤ ਆ। ਸਰਕਾਰ ਨੂੰ ਬਿਲਕੁਲ ਸ਼ਾਂਤੀ ਦੇ ਨਾਲ ਇੱਕ ਵਾਰ ਬੈਠ ਕੇ ਸੋਚ ਲੈਣਾ ਚਾਹੀਦਾ, ਆਪਣੇ ਸਾਰੇ ਸਲਾਹਕਾਰਾਂ ਤੋਂ ਸਲਾਹ ਲੈ ਲੈਣੀ ਚਾਹੀਦੀ ਆ ਤਾਂ ਜੋ ਇਸ ਮਸਲੇ ਦਾ ਕੋਈ ਹੱਲ ਕੱਢਿਆ ਜਾ ਸਕੇ। ਬੁਖਲਾ ਗਈ ਹੈ ਸਰਕਾਰ, ਬੁਖਲਾ ਵੀ ਗਈ ਹੈ ਤੁਸੀਂ ਕਹਿ ਸਕਦੇ ਆ। ਨਹੀਂ, ਬੁਖਲਾਹਟ ਨਹੀਂ ਹੈਗੀ, ਹਾਲੇ ਹੰਕਾਰ ਹੈ। ਜੇ ਬੁਖਲਾਹਟ ਹੋਵੇ ਤਾਂ ਫਿਰ ਕੁਝ ਹੋਰ ਤਰ੍ਹਾਂ ਦੇ ਫੈਸਲੇ ਜਾਂ ਹੋਰ ਤਰ੍ਹਾਂ ਦੀਆਂ ਘਟਨਾਵਾਂ ਨੇ। ਇਹ ਤਾਂ ਮੰਤਰੀ ਨੇ 2 ਦਿਨ ਪਹਿਲਾਂ ਕਿਹਾ, ਬਾਅਦ ਵਿੱਚ ਉਹਦੇ ਮੁੰਡੇ ਨੇ ਕਹਿਤਾ ਕਿ ਬਾਪੂ ਤਾਂ ਕਹਿੰਦਾ ਸੀ ਤੁਸੀਂ ਮੈਨੂੰ ਜਾਣਦੇ ਨਹੀਂ ਤੇ ਮੈਂ ਇਹਨਾਂ ਨੂੰ ਦੱਸ ਹੀ ਦਿੰਦਾ ਕਿ ਮੇਰਾ ਬਾਪੂ ਕਿੰਨਾ ਤਕੜਾ। ਘਟਨਾਵਾਂ ਜਿਹੜੀਆਂ ਨੇ ਹਾਲੇ ਗੁੱਸੇ ਦੇ ਵਿੱਚ ਨੇ, ਵਿਰੋਧ ਦੇ ਵਿੱਚ ਨੇ ਕਿਸਾਨਾਂ ਦੇ, ਤੇ ਹੰਕਾਰ ਨਾਲ ਜੁੜੀਆਂ ਹੋਈਆਂ। ਬਹੁਤ ਇੱਕ ਗਲਤ ਦਿਸ਼ਾ ਵੱਲ ਤੁਰਿਆ ਹੋਇਆ ਹੈ ਭਾਰਤ ਦਾ ਲੋਕਤੰਤਰ ਤੇ ਉਹਦੀ ਵਜ੍ਹਾ ਸਰਾਸਰ ਬੀਜੇਪੀ ਦੀ ਪਾਵਰ ਵਾਲੀ ਇਹ ਜਿਹੜੀ ਸਰਕਾਰ ਆ। ਇਹਦੇ ਤੋਂ ਸਰਕਾਰ ਨੂੰ ਜਿੰਨੀ ਜਲਦੀ ਹੋਵੇ ਬਚਣਾ ਚਾਹੀਦਾ। ਕੁਝ ਮੁੱਦੇ ਅਸੀਂ ਵਿਚਾਰ ਲਏ ਨੇ ਤੇ ਕੁਝ ਅਜੇ ਬਾਕੀ ਨੇ, ਪਰ ਇਸ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੈ। ਜਲਦ ਹਾਜ਼ਰ ਹੋਣੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਕਿੰਨੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਅਸੀਂ ਗੱਲਾਂ ਕਰ ਲਈਆਂ ਤੇ ਗੱਲ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵੀ ਕਰਾਂਗੇ। ਉਹ ਵੀ ਅੱਜ ਸਿਰ ਜੋੜੀ ਬੈਠੇ ਨੇ, ਕਿਹੜਾ ਨਵਾਂ ਸੱਪ ਕੱਢਣ ਲੱਗੇ ਨੇ? ਕੋਰ ਕਮੇਟੀ ਦੀ ਮੀਟਿੰਗ ਸੀ ਚੰਡੀਗੜ੍ਹ ਦੇ ਵਿੱਚ। ਲੱਗਦਾ ਸੀਗਾ ਕਿ ਉਸੇ ਘਟਨਾ ਨੂੰ ਲੈ ਕੇ ਕੋਈ ਨਿੰਦਾ ਪ੍ਰਸਤਾਵ ਪੇਸ਼ ਕਰਨਗੇ ਜਾਂ ਮੋਦੀ ਸਰਕਾਰ ਨੂੰ ਅਪੀਲ ਕਰਨਗੇ, ਕੋਈ ਬੇਨਤੀ ਕਰਨਗੇ। ਬੜੇ ਪੁਰਾਣੇ ਰਿਸ਼ਤੇ ਨੇ ਉਹਨਾਂ ਨਾਲ। ਬੀਤੇ ਦਿਨੀ ਬਠਿੰਡੇ 'ਚ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਹਾਣੀਆਂ ਹੋਰ ਹੀ ਛੇੜ ਦਿੱਤੀਆਂ। ਉਹਨਾਂ ਨੇ BD ਪਾਂਡੇ ਦੀ ਇੱਕ ਕਿਤਾਬ ਦਾ ਹਵਾਲਾ ਦੇ ਕੇ ਕਿਹਾ ਕਿ ਜਿਹੜੀ ਤੁਸੀਂ ਬੇਅਦਬੀ ਦੀ ਗੱਲ ਸਾਡੇ ਨਾਲ ਕਰਦੇ ਹੋ, ਬੇਅਦਬੀ ਤੇ ਉਹ ਵੀ ਸੀ ਜਦੋਂ ਇੰਦਰਾ ਗਾਂਧੀ ਨੇ ਬੰਬਾਰਮੈਂਟ ਕਰਨ ਦੀ ਗੱਲ ਕੀਤੀ ਸੀ, ਕਾਂਗਰਸ ਨੂੰ ਲਿਆ, ਜਾਂ ਦੂਜੇ ਪਾਸੇ ਜਿਹੜੀ ਰਾਜਨੀਤੀ ਆ ਉਹਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਗੱਲ ਕੀਤੀ, ਮੋੜ ਕੱਟਣ ਦੀ ਗੱਲ ਕੀਤੀ। ਤੇ ਅੱਜ ਦੀ ਜਿਹੜੀ ਮੀਟਿੰਗ ਸੀਗੀ ਉਹਦੇ ਵਿੱਚ ਕੁੱਲ ਮਿਲਾ ਕੇ ਲੱਗਦਾ ਸੀਗਾ ਕਿ ਇਹ ਵੀ ਇੱਕ ਵਫਦ ਤਿਆਰ ਕਰਨਗੇ ਕਿ ਅਸੀਂ ਵੀ ਆਪਣਾ ਵਫਦ ਉੱਥੇ ਨੂੰ ਭੇਜਦੇ ਹਾਂ। ਪੰਜਾਬ ਦੀ ਕਿਸਾਨ ਹਿਤੈਸ਼ੀ ਪਾਰਟੀ ਹੋਣ ਦਾ ਨਾਮ ਰੱਖਦੇ ਨੇ, ਪੰਜਾਬ ਦੀ ਇੱਕਮਾਤਰ ਪੰਜਾਬੀ ਪਾਰਟੀ ਹੋਣ ਦੀਆਂ ਗੱਲਾਂ ਕਰਦੇ ਨੇ, 100 ਸਾਲ ਤੋਂ ਜ਼ਿਆਦਾ ਦਾ ਇਤਿਹਾਸ ਦੱਸਦੇ ਨੇ।
ਤੇ ਇੱਕ ਗੱਲ ਹੋਰ ਵੀ ਨੇ ਕਿ ਸਿੱਖ ਰਾਜਨੀਤੀ ਦੇ ਵਿੱਚ ਮੋਢੀ ਚਿਹਰਾ ਹੋਣ ਦੇ ਨਾਤੇ ਜਿੱਥੇ ਵੀ ਕਿਤੇ ਸਿੱਖਾਂ ਨਾਲ ਕੋਈ ਗੱਲ ਹੁੰਦੀ ਹੈ ਤੇ ਉੱਥੇ ਪਹੁੰਚਦੇ ਜ਼ਰੂਰ ਰਹੇ ਨੇ ਅਤੀਤ ਦੇ ਵਿੱਚ। ਜੀ ਜੰਮੂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਦੇ ਵਿੱਚ ਜਦੋਂ ਘਟਨਾ ਹੋਈ ਸੀ ਤੇ ਬਹੁਤ ਛੇਤੀ ਇਹ ਲੋਕ ਉੱਥੇ ਪਹੁੰਚੇ। ਦਿੱਲੀ ਦੇ ਵਿੱਚ ਜਦੋਂ ਇਸ ਅੰਦੋਲਨ ਨੂੰ ਪਹੁੰਚਿਆ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਨਾਲ ਦੀਆਂ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਵੀ ਤੇ ਦਿੱਲੀ ਕਮੇਟੀ ਵੀ ਉੱਥੇ ਬਹੁਤ ਮੁੱਢਲੇ ਰੂਪ ਦੇ ਵਿੱਚ ਸੇਵਾ ਕਰਦੀ ਨਜ਼ਰ ਆਈ। ਜੀ ਪਰ ਇੱਥੇ ਪਹੁੰਚਣ ਤੋਂ ਸ਼ਾਇਦ ਬਿਜ਼ੀ ਹੋਰ ਜ਼ਿਆਦਾ ਨੇ। ਕੱਲ ਇਹਨਾਂ ਨੇ 4-5 ਸੀਟਾਂ ਦਾ ਐਲਾਨ ਕੀਤਾ ਸੀ। ਅੱਜ ਸੁਲਤਾਨਪੁਰ ਲੋਧੀ ਤੋਂ ਇੱਕ ਕਾਂਗਰਸੀ ਆਗੂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਾ ਕੇ ਤੇ ਉਹਨੂੰ ਟਿਕਟ ਵੰਡ ਦਿੱਤੀ ਆ। ਜੀ ਸੋ ਇਹ ਰੁੱਝੇ ਹੋਏ ਨੇ ਆਪਣੇ ਸਟੇਟ ਦੇ ਵਿੱਚ ਸੱਤਾ ਨੂੰ ਹਾਸਲ ਕਰਨ ਲਈ। ਜਿੱਦਾਂ ਚੰਨੀ ਸਾਹਿਬ ਬਹੁਤ ਦਿਨ ਪਹਿਲਾਂ ਕਹਿੰਦੇ ਸੀਗੇ ਕਿ ਜਦੋਂ ਸਾਡੀ ਸਰਕਾਰ ਆਵੇਗੀ ਤੇ ਅਸੀਂ ਸਾਰਾ ਕੁਝ ਠੀਕ ਕਰ ਦਿਆਂਗੇ, ਪਰ ਪਿਛਲੇ 10-12 ਦਿਨ ਦਾ ਉਹਨਾਂ ਦਾ ਦੇਖੀਏ ਤੇ ਕੀਤਾ ਕਤਰਿਆ ਉਹਨਾਂ ਨੇ ਵੀ ਕੱਖ ਨਹੀਂ ਹਾਲੇ ਤੱਕ, ਗੱਲਾਂ ਹੀ ਨੇ। ਅੱਜ ਫੇਰ ਤੁਸੀਂ ਗੱਲ ਕਰਨੀ ਅਸੀਂ ਹੁਣੇ, ਅੱਜ ਫੇਰ ਦਿੱਲੀ ਨੂੰ ਜਾਣ ਦੀ ਤਿਆਰੀ ਕਰਦੇ ਪਏ ਨੇ। ਜੀ ਜੀ ਸੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣੀ ਮੀਟਿੰਗ ਦੇ ਵਿੱਚ ਕੁੱਲ ਮਿਲਾ ਕੇ ਸਿਰਫ ਇੱਕ ਕਾਂਗਰਸੀ ਆਗੂ ਨੂੰ ਆਪਣੇ 'ਚ ਸ਼ਾਮਲ ਕਰਾ ਕੇ ਤੇ ਉਹਨੂੰ ਟਿਕਟ ਦਿੱਤੀ ਆ। ਜਿਸ ਕੰਮ ਲਈ, ਜਿਸ ਗੱਲ ਲਈ, ਜਿਸ ਇਤਿਹਾਸ ਲਈ ਉਹ ਪਾਰਟੀ ਜਾਣੀ ਜਾਂਦੀ ਆ, ਉਹਦੇ ਤੋਂ ਇਹ ਡੀ ਟਰੈਕ ਹੋਏ ਨਜ਼ਰ ਆ ਰਹੇ ਨੇ। ਜੀ ਤੇ ਹੁਣੇ ਤੁਸੀਂ ਗੱਲ ਕੀਤੀ ਸੀਐਮ ਚੰਨੀ ਦੀ, ਤੇ ਜੇ ਅਸੀਂ ਉਹੀ ਗੱਲ ਹੁਣ ਕਰੀਏ ਤੇ ਉਹਨਾਂ ਨੇ ਅੱਜ ਫੇਰ ਦਿੱਲੀ ਜਾਣਾ ਆ। ਜਦੋਂ ਦੇ ਮੁੱਖ ਮੰਤਰੀ ਬਣੇ ਨੇ ਦਿੱਲੀ ਦੌਰੇ ਬੜੇ ਕੀਤੇ ਨੇ, ਅੱਜ ਕੀ ਵਿਚਾਰਾਂ ਕਰਨ ਜਾਣੀਆਂ ਤੇ ਕਿਹਦੇ ਨਾਲ ਕਰਨੀਆਂ? ਦੇਖੋ, ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਦੌਰ ਸੀ ਤੇ ਕਿਹਾ ਜਾਂਦਾ ਸੀਗਾ ਕਿ ਉਹ ਬੋਲਦੇ ਕੁਝ ਨਹੀਂ, ਉਹ ਐਕਸੀਡੈਂਟਲ ਪ੍ਰਧਾਨ ਮੰਤਰੀ ਨੇ, ਉਹ ਤੇ ਉਹੀ ਕੁਝ ਕਰਦੇ ਨੇ ਜੋ ਮੈਡਮ ਸੋਨੀਆ ਗਾਂਧੀ ਉਹਨਾਂ ਨੂੰ ਕਹਿੰਦੀ ਆ। ਉਹ ਰਬੜ ਦੀ ਸਟੈਂਪ ਨੇ, ਉਹ ਮਖੌਟਾ ਪ੍ਰਧਾਨ ਮੰਤਰੀ ਨੇ, ਪਤਾ ਨਹੀਂ ਕੀ ਨਾਮ ਨਾਲ ਉਹਨਾਂ ਦੇ ਨਾਲ ਜੋੜਿਆ ਗਿਆ। ਤੇ ਮੋਦੀ ਸਾਹਿਬ ਬੋਲਦੇ ਬਹੁਤ ਸੀ, ਇਹ ਕਰਦੇ ਕੁਝ ਨਹੀਂ। ਅਸੀਂ ਚਰਨਜੀਤ ਚੰਨੀ ਦੀ ਗੱਲ ਕਰਦੇ ਸੀ ਕਿ ਉਹਨਾਂ ਦੀ ਇੱਕ ਵਾਰ ਉਹਨਾਂ ਨੂੰ ਦਿੱਲੀ ਜਾਣ ਲਈ ਜਾ ਰਹੇ ਨੇ। ਉਹ ਅਮਿਤ ਸ਼ਾਹ ਨਾਲ ਮੀਟਿੰਗ ਰੱਖੀ ਉਹਨਾਂ ਨੇ, ਬੀਤੇ ਦਿਨੀ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਸੀ। ਉਹ ਉਸ ਦਿਨ ਉਹਨਾਂ ਨੂੰ ਪਤਾ ਨਹੀਂ ਕੀ ਉਹਨਾਂ ਨੇ ਆਪਸ 'ਚ ਗੱਲ ਕੀਤੀ ਤੇ ਪਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਕਿਸਾਨਾਂ ਦੇ ਜਿਹੜੇ ਕਾਨੂੰਨ ਆ ਉਹ ਰਿਪੀਲ ਕਰਨ ਦੀ ਗੱਲ ਕੀਤੀ ਆ। ਤੇ ਉਸ ਦਿਨ ਵੀ ਇਹ ਗੱਲ ਹੋ ਰਹੀ ਸੀ ਕਿ ਚੰਨੀ ਪ੍ਰਧਾਨ ਮੰਤਰੀ ਸਾਹਿਬ ਇਹ ਸਮਝਦੇ ਨੇ ਕਿ ਕਿਹਨੂੰ ਮਿਲਣਾ ਆ, ਕਿਹਨੂੰ ਕਿੰਨੀ ਤਵੱਜੋ ਦੇਣੀ ਆ ਤੇ ਕਿਹਨੂੰ ਨਹੀਂ ਮਿਲਣਾ। ਬੀਤੇ ਦਿਨੀ ਪ੍ਰਧਾਨ ਮੰਤਰੀ ਨਾਲ ਤਾਂ ਨਹੀਂ ਮੁਲਾਕਾਤ ਹੋਈ, ਪਰ ਅਮਿਤ ਸ਼ਾਹ ਨਾਲ ਮੁਲਾਕਾਤ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੀ ਸੀ। ਤੇ ਇਸੇ ਤਰੀਕੇ ਨਾਲ ਅੱਜ ਚਰਨਜੀਤ ਚੰਨੀ ਅਮਿਤ ਸ਼ਾਹ ਨੂੰ ਮਿਲਣ ਜਾ ਰਹੇ ਨੇ ਤੇ ਉਹਨਾਂ ਨੇ ਵੀ ਇਹ ਕਿਹਾ ਕਿ 6:30 ਦਾ ਟਾਈਮ ਮੈਨੂੰ ਮਿਲਿਆ ਤੇ ਮੈਂ ਉੱਥੇ ਜਾ ਕੇ ਲਖੀਮਪੁਰ ਖੀਰੀ ਘਟਨਾ ਦੀ ਗੱਲ ਵੀ ਕਰਨੀ ਆ ਤੇ ਨਾਲ ਦੀ ਨਾਲ ਗੱਲ ਜਿਹੜੀ ਆ ਉਹ ਕਿਸਾਨਾਂ ਦੇ ਜਿਹੜੇ ਮੁੱਦੇ ਆ ਇਹਨਾਂ ਨੂੰ ਹੱਲ ਕਰਨ ਦੀ ਵੀ ਕਰਨੀ ਆ। ਪਰ ਗੱਲ ਤੇ ਇਹ ਆ ਜੀ, ਗੱਲ ਤੇ ਤਾਂ ਕਰਨੀ ਹੋਵੇ ਜੇ ਬੀਜੇਪੀ ਨੂੰ ਇਸ ਗੱਲ ਦਾ ਨਾ ਪਤਾ ਹੋਵੇ, ਉਹ ਸਰਕਾਰ ਨੂੰ ਇਸ ਗੱਲ ਦਾ ਨਾ ਪਤਾ ਹੋਵੇ। ਕਿਸਾਨ ਆਗੂਆਂ ਨਾਲ ਜਦੋਂ ਗੱਲ ਕਰਦੇ ਆ ਤਾਂ ਉਹ ਦੱਸਦੇ ਨੇ ਕਿ ਅਮਿਤ ਸ਼ਾਹ ਇਸ ਅੰਦੋਲਨ ਦੇ ਬਾਰੇ 'ਚ ਇਹ ਗੱਲ ਕਹਿ ਚੁੱਕੇ ਨੇ ਕਿ ਸਾਰੀਆਂ ਹੀ ਵਿੱਚੋਂ ਜਿਹੜੀਆਂ ਤਬਦੀਲੀਆਂ ਕਰਾ ਲਓ, ਸਿਰਫ ਸਾਡਾ ਨੱਕ ਰੱਖਣ ਲਈ ਇਸ ਖਾਲੀ ਡੱਬੇ ਨੂੰ ਰਹਿਣ ਦਿਓ ਜਿਹਦਾ ਨਾਮ ਹੈ 3 ਕਾਨੂੰਨ ਰਹਿ ਜਾਏ। ਸੋ ਹਾਲਾਤ ਜਿਹੜੇ ਨੇ ਉਹ ਮੁਲਕ ਦੇ, ਫਿਰ ਮੈਂ ਇੱਕ ਵਾਰ ਦੁਬਾਰਾ ਅੱਜ ਦੇ ਇਸੇ ਪ੍ਰੋਗਰਾਮ 'ਚ ਬੋਲਣਾ ਚਾਹੁੰਦਾ ਕਿ ਮੁਲਕ ਦੇ ਜਿਹੜੇ ਹਾਲਾਤ ਨੇ ਉਹ ਸਰਕਾਰ ਦੇ ਖਿਲਾਫ ਕਿਸਾਨ ਜਾਂ ਕਿਸਾਨਾਂ ਦੇ ਖਿਲਾਫ ਸਰਕਾਰ ਜਿਹੜੇ ਉਹ ਬਣ ਗਏ ਨੇ। ਜਿੱਦਾਂ ਹਰ ਦੂਜੇ ਦਿਨ ਕਿਸੇ ਪੋਲੀਟੀਕਲ ਪਾਰਟੀ ਦੇ ਲੀਡਰਾਂ ਦਾ ਵਿਰੋਧ ਹੁੰਦਾ, ਕਦੀ ਕਿਸੇ ਪੋਲੀਟੀਕਲ ਪਾਰਟੀ ਦੇ ਲੀਡਰਾਂ ਦਾ ਵਿਰੋਧ ਹੁੰਦਾ, ਕਦੀ ਕਿਤੇ ਧਰਨਾ ਪ੍ਰਦਰਸ਼ਨ ਹੁੰਦਾ, ਕਦੀ ਕਿਤੇ ਧਰਨਾ ਪ੍ਰਦਰਸ਼ਨ ਹੁੰਦਾ। ਗੰਨੇ ਦੇ ਰੇਟ ਵਧਾਉਣੇ ਨੇ ਤਾਂ ਕਿਸਾਨਾਂ ਨੂੰ ਵਿਰੋਧ ਕਰਨਾ ਪੈਂਦਾ, ਧਰਨਾ ਪ੍ਰਦਰਸ਼ਨ ਕਰਨਾ ਪੈਂਦਾ। ਝੋਨੇ ਦੀ ਖਰੀਦ ਸ਼ੁਰੂ ਕਰਾਉਣੀ ਆ ਤਾਂ ਧਰਨਾ ਪ੍ਰਦਰਸ਼ਨ ਕਰਨਾ ਪੈਂਦਾ, ਮਿੱਲਾਂ ਤੋਂ ਬਕਾਇਆ ਲੈਣਾ ਤਾਂ ਧਰਨਾ ਪ੍ਰਦਰਸ਼ਨ ਕਰਨਾ ਪੈਂਦਾ, ਕਣਕ ਦੀ ਬੀਜ ਲਈ, ਬਿਜਾਈ ਲਈ ਜਦੋਂ ਖਾਦ ਦੀ ਸਮੱਸਿਆ ਆਉਂਦੀ ਆ ਤਾਂ ਧਰਨਾ ਪ੍ਰਦਰਸ਼ਨ ਜਿਹੜਾ ਆ ਉਹ ਸਰਕਾਰ ਕਿਸਾਨਾਂ ਨੂੰ ਕਰਨਾ ਪੈ ਰਿਹਾ। ਸੋ 75ਵਾਂ ਸਾਲ ਅਸੀਂ ਆਜ਼ਾਦੀ ਦਾ ਮਨਾ ਰਹੇ ਹਾਂ। 2022 'ਚ ਜਦੋਂ ਅਸੀਂ ਆਜ਼ਾਦੀ ਦਿਵਸ ਮਨਾਉਣਾ ਤੇ 75 ਸਾਲ ਹੋ ਜਾਣੇ ਇਸ ਮੁਲਕ ਨੂੰ ਆਜ਼ਾਦ ਹੋਇਆ। 1947 ਤੋਂ 2022 ਤੱਕ 75 ਸਾਲ ਤੋਂ 75 ਸਾਲ ਦੇ ਇਸ ਸਫ਼ਰ ਦਾ ਹਾਸਲ ਕੀ ਆ? ਧਰਨੇ ਤੇ ਪ੍ਰਦਰਸ਼ਨ। ਇਸ ਮੁਲਕ ਨੂੰ ਅਸੀਂ ਛੋਟੇ ਹੁੰਦੇ ਪੜ੍ਹਦੇ ਹਾਂ ਕਿ ਖੇਤੀ ਪ੍ਰਧਾਨ ਦੇਸ਼ ਆ ਤੇ ਇਸ ਖੇਤੀ ਪ੍ਰਧਾਨ ਦੇਸ਼ ਦੇ ਵਿੱਚੋਂ ਹਾਸਲ ਕੀ ਆ? ਉਸੇ ਹੀ ਜ਼ਮੀਨ ਨੂੰ ਇੰਨੀ ਮਿਹਨਤ ਨਾਲ ਉਪਜਾਊ ਕਰਕੇ ਉੱਥੋਂ ਫਸਲ ਪੈਦਾ ਕਰਨ ਵਾਲੇ ਲੋਕਾਂ ਦੇ ਧਰਨੇ ਪ੍ਰਦਰਸ਼ਨ ਬੀਤੇ 10 ਸਾਲਾਂ ਤੋਂ। ਪ੍ਰਧਾਨ ਮੰਤਰੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਉਹਨਾਂ ਨੇ ਅੱਜ ਹੀ ਇਸੇ ਲਖੀਮਪੁਰ ਖੀਰੀ ਜਿੱਥੇ 8 ਲੋਕਾਂ ਦੀ ਮੌਤ ਹੋਈ ਆ, 4 ਨੂੰ ਗੱਡੀ ਨੇ ਮਾਰਤਾ ਦਰੜ ਕੇ, ਕਿਸੇ ਮੈਂਬਰ ਪਾਰਲੀਮੈਂਟ ਵੀ ਨਹੀਂ, ਮੰਤਰੀ ਦੀ ਗੱਡੀ ਨੇ, ਤੇ ਨਾਲ ਦੀ ਨਾਲ 4 ਜਿਹੜੇ ਲੋਕਾਂ ਦੇ ਰੋਹ ਦਾ ਸ਼ਿਕਾਰ ਹੋ ਕੇ ਮਾਰੇ ਗਏ। ਉੱਥੋਂ 100-125 ਕਿਲੋਮੀਟਰ ਦੂਰ ਲਖਨਊ ਆ ਜਿੱਥੇ ਯੋਗੀ ਆਦਿੱਤਿਆਨਾਥ ਵੀ ਬੈਠੇ ਨੇ, ਆਨੰਦੀਬੇਨ ਪਟੇਲ ਜਿਹੜੀ ਉੱਥੋਂ ਦੀ ਗਵਰਨਰ ਆ ਉਹ ਵੀ ਆ, ਪ੍ਰਧਾਨ ਮੰਤਰੀ ਸਾਹਿਬ ਵੀ ਨੇ ਤੇ ਹੋਰ ਬਹੁਤ ਸਾਰੇ ਗਣਮਾਨ ਵਿਅਕਤੀ, ਰਾਜਨਾਥ ਸਿੰਘ ਵੀ ਉੱਥੇ ਨੇ। ਅਰਬਨ
ਅਰਬਨ ਕਰਕੇ ਸ਼ਹਿਰੀਕਰਨ, ਨਵੇਂ ਤਰੀਕੇ ਦੇ ਸ਼ਹਿਰੀਕਰਨ, ਅਰਬਨ ਕਨਕਲੇਵ ਜੀ ਐਂਡ ਐਕਸਪੋ ਨਾਂ ਦੀ ਇੱਕ ਪ੍ਰਦਰਸ਼ਨੀ ਜਿਹੜੀ ਆ ਉਹਦਾ ਉਦਘਾਟਨ ਕੀਤਾ। 3 ਦਿਨ ਉੱਥੇ ਉਹ ਪ੍ਰਦਰਸ਼ਨੀ ਚੱਲਣੀ ਆ। ਨਵੇਂ ਤਰੀਕੇ ਦੇ ਜਿਹੜੇ ਕੰਸਟਰਕਸ਼ਨ ਦੇ ਫਾਰਮੂਲੇ ਆ ਉਹਨਾਂ ਦੀ ਗੱਲ ਹੋ ਰਹੀ ਆ। ਜੀ ਨਵੇਂ ਤਰੀਕੇ ਦੀਆਂ ਕੰਸਟਰਕਸ਼ਨ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਦੀ ਗੱਲ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਗੱਲ ਕੀਤੀ ਆ ਕਿ 14 ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਘਰ ਬਣਾਉਂਦੀਆਂ ਸੀ ਉਹ ਲੋਕਾਂ ਨੂੰ ਘਰ ਦੇਣੇ ਹੀ ਨਹੀਂ ਚਾਹੁੰਦੀਆਂ ਸੀ। ਜੀ ਬਹੁਤ ਚੰਗੀਆਂ ਗੱਲਾਂ ਕਰਦੇ ਨਜ਼ਰ ਆਉਂਦੇ ਨੇ। ਜਿਹੜਾ ਬੰਦਾ ਉਹਨਾਂ ਦੇ ਕੰਮਾਂ ਤੋਂ ਵਾਕਿਫ ਨਹੀਂ, ਜਦੋਂ ਉਹਨਾਂ ਦੇ ਕੀਤੇ ਹੋਏ ਵਾਅਦਿਆਂ ਨੂੰ ਦੇਖਦੇ ਆ ਤਾਂ ਫਿਰ ਲੱਗਦਾ ਕਿ ਬਹੁਤ ਹੀ ਵਧੀਆ ਨੇ। ਜੀ ਪਰ ਫਿਰ ਸਾਰੇ ਹੀ ਲੀਡਰਾਂ ਨੇ, ਦੇਸ਼ ਦਿਆਂ ਨੇ ਉਹਨਾਂ ਨੂੰ ਇਹ ਅਪੀਲ ਕੀਤੀ ਆ ਕਿ ਮੋਦੀ ਸਾਹਿਬ ਤੁਹਾਡੇ ਤੋਂ 100-125 ਕਿਲੋਮੀਟਰ ਦੂਰ ਜੋ ਕੁਝ ਜਿੰਨੀ ਹਿੰਸਾ ਹੋਈ ਆ ਉਹਦੇ ਤੇ ਵੀ ਕੁਝ ਸ਼ਬਦ ਬੋਲੋ। ਜੀ ਕੱਲ ਹੀ ਜਾਪਾਨ ਦੇ ਪ੍ਰਧਾਨ ਮੰਤਰੀ ਨਵੇਂ ਜਿਹੜੇ ਸੀ ਉਹਨਾਂ ਦਾ ਨਾਮ ਅਨਾਉਂਸ ਹੋ ਗਿਆ ਤੇ ਇਹਨਾਂ ਨੇ ਉਹਨਾਂ ਨੂੰ ਟਵੀਟ ਕਰਕੇ ਵਧਾਈ ਦਿੱਤੀ। ਪਰ ਮਜ਼ਾ ਲਿਆ ਕਿ ਇਹਨਾਂ ਨੇ ਪਿਛਲੇ 1 ਸਾਲ ਦੇ ਦੌਰਾਨ ਕਿਸਾਨਾਂ ਦੇ ਕਿਸੇ ਵੀ ਚੰਗੇ ਮਾੜੇ ਕੰਮ ਲਈ ਇੱਕ ਸ਼ਬਦ ਵੀ ਬੋਲਿਆ ਹੋਵੇ। ਜੀ ਮਤਲਬ ਇਹ ਜਿਹੜੀ ਮੈਂ ਹੁਣੇ ਗੱਲ ਆਪਾਂ ਕਰਦੇ ਸੀ ਕਿ ਇਹ ਬੁਖਲਾਹਟ ਨਹੀਂ ਹੈ, ਇੱਕ ਖਾਸ ਤਰ੍ਹਾਂ ਦਾ ਹੰਕਾਰ ਆ। ਇਹਨਾਂ ਨੂੰ ਉਹ ਜਿਹੜੀ ਰਾਜਨੀਤੀ ਖੇਡਦੇ ਨੇ ਧਰਮ ਤੇ ਜਾਤੀ ਵਾਲੀ, ਉਹਦੇ ਤੇ ਬਹੁਤ ਮਾਣਿਆ ਕਿ ਅਸੀਂ ਉਹਦੇ ਨਾਲ ਹੀ ਜਿਹੜਾ ਆਪਣੀਆਂ ਗੋਟੀਆਂ ਉਹ ਫਿੱਟ ਕਰ ਲੈਣੀਆਂ। ਜੀ ਪਰ ਤੁਸੀਂ ਜਾਤੀਆਂ ਨੂੰ, ਧਰਮ ਨੂੰ, ਸਾਰੀਆਂ ਚੀਜ਼ਾਂ ਨੂੰ ਹੱਲ ਕਰ ਸਕਦੇ ਆ ਜਦੋਂ ਲੋਕ ਇਕਜੁੱਟ ਹੋ ਕੇ ਤੁਹਾਡੇ ਖਿਲਾਫ ਹੋ ਗਏ। ਫਿਰ ਮੁਸ਼ਕਲ ਜਿਹੜੀ ਆ ਉਹ ਬਹੁਤ ਵੱਧ ਜਾਣੀ ਆ। ਫਿਰ ਇਹ ਪੁਲਿਸ ਜਾਂ ਆਰਮੀ ਜਾਂ ਜਿਹੜੀਆਂ ਤੁਹਾਡੇ ਕੋਲ ਤਾਕਤਾਂ ਨੇ, ਇਹ 100 ਕਰੋੜ ਜਾਂ 150 ਕਰੋੜ ਦੀ ਆਬਾਦੀ ਨੂੰ ਠੱਲਣ ਲਈ ਨਾ ਕਾਫੀ ਨੇ। ਜੀ ਕਿਸੇ ਵੀ ਚੀਜ਼ ਨੂੰ ਇੰਨਾ ਤੰਗ, ਇੰਨਾ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ ਕਿ ਉਹ ਜਿਹੜੀ ਆ ਉਸ ਚੀਜ਼ ਤੋਂ ਬਿਲਕੁਲ ਹੀ ਲੀਕ ਦੇ ਦੂਜੇ ਪਾਸੇ ਖੜੀ ਹੋ ਜਾਏ। ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਡੈਫੀਨਿਟਲੀ। ਪ੍ਰੋਗਰਾਮ ਨੂੰ ਇੱਥੇ ਸਮੇਟਣ ਦਾ ਵੇਲਾ ਹੋ ਗਿਆ। ਸ਼ਰਮਾ ਜੀ ਤੁਸੀਂ ਸਟੂਡੀਓ 'ਚ ਆਏ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਕਰਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।